आसा महला पहला। आखां जीवां विसरै मर जाऊं, आखण औखा साचा नाऊं। साचे नाम की लागै भूख, उत भूखै खाए चलिहैं दुख। तो क्यों विसरै मेरी माए, साचा साहिब साचै नाय रहाव। साचे नाम की टिल वड्याई, आख थके कीमत नहीं पाई। जे सब मिल कै आखण पाहे, वड्डा ना होवै घाट न जाय। ना ओ मरै न होवै सोग, देंदा रहै न चुकै भोग। गुण एहो होर नाही कोए, ना को होवा ना को होए। जेवड़ आप तेवड़ तेरी दात, जिन दिन करकै कीती रात। खसम विसारै ते कमजात, नानक नावै बाज सनात। वाहिगुरू जी का खालसा, वाहिगुरू जी की फतेह। गुरु प्यारी साध संगत जी, ਸੋਦਰ ਦੀ ਬਾਣੀ ਜੋ ਆਪਾਂ ਲੜੀਵਾਰ ਆਰੰਭ ਕੀਤੀ ਹੈ, ਇਸ ਲੜੀ ਦੇ ਤਹਿਤ ਅੱਜ ਆਪਾਂ ਸੋਦਰ ਦੀ ਬਾਣੀ ਵਿੱਚੋਂ ਆਸਾ ਰਾਗ ਦੇ ਵਿੱਚ ਜੋ ਤੀਸਰਾ ਸ਼ਬਦ ਅੱਜ ਆਪਾਂ ਸਰਵਣ ਕੀਤਾ ਹੈ, ਜੋ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਵੇਂ ਕਿ ਆਪਾਂ ਹੁਣ ਵੱਡਾ ਆਖਿਆ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਸ਼ਬਦ ਦੀ ਵਿਚਾਰ ਜਦੋਂ ਸਾਂਝੀ ਕੀਤੀ ਸੀ ਤੇ ਰਹਾਉ ਵਾਲੇ ਬੰਦ ਤੋਂ ਆਪਾਂ ਵਿਚਾਰ ਆਰੰਭ ਕੀਤੀ ਸੀ, ਇੱਦਾਂ ਹੀ ਇਸ ਸ਼ਬਦ ਦੀ ਵਿਚਾਰ ਵੀ ਆਪਾਂ ਰਹਾਉ ਵਾਲੇ ਬੰਦ ਤੋਂ ਸ਼ੁਰੂ ਕਰਾਂਗੇ ਕਿ ਗੁਰਦੇਵ ਪਿਤਾ ਮਹਾਰਾਜ ਸਾਨੂੰ ਇਸ ਸ਼ਬਦ ਦੁਆਰਾ ਕੀ ਸਿੱਖਿਆ ਦੇ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਬਦ ਦੁਆਰਾ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਸਾਨੂੰ ਜੁੜਨ ਦੀ ਜੋ ਪ੍ਰੇਰਨਾ ਬਖਸ਼ਿਸ਼ ਕਰ ਰਹੇ ਨੇ, ਹਦਾਇਤ ਦੇ ਰਹੇ ਨੇ ਕਿ ਕਿੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ। ਗੁਰਦੇਵ ਦਾ ਵਾਕ ਹੈ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਗੁਰਦੇਵ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਮੇਰੀ ਮਾਂ, ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਕਿਉਂ ਭੁੱਲੇ, ਕਿਉਂ ਮੈਂ ਆਪਣੀ ਸੁਰਤ ਵਿੱਚੋਂ ਉਸ ਨੂੰ ਵਿਸਾਰਾਂ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਆਪ ਗੈਰ ਗੰਭੀਰ ਹੈ, ਗੁਣਾਂ ਦਾ ਮਾਲਕ ਹੈ, ਗੁਣਾਂ ਦਾ ਖਜ਼ਾਨਾ ਹੈ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਹੀਰਾ। ਉਹ ਸਾਹਿਬ ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਮੈਂ ਉਸ ਮਾਲਕ ਨੂੰ ਕਿਉਂ ਭੁੱਲਾਂ, ਤੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਜਿਹਦਾ ਨਿਆਮ ਹੀ ਸੱਚਾ ਹੈ ਅਤੇ ਜਿਹੜਾ ਉਸ ਨਾਮ ਦੀ ਰਾਹੀਂ ਹਮੇਸ਼ਾ ਹੀ ਮੇਰੇ ਅੰਦਰ ਟਿਕਿਆ ਹੋਇਆ ਹੈ, ਮੈਂ ਉਸ ਮਾਲਕ ਨੂੰ ਆਪਣੀ ਸੁਰਤ ਵਿੱਚੋਂ ਕਿਉਂ ਵਿਸਾਰਾਂ। ਕਿਉਂਕਿ ਉਹਨੂੰ ਵਿਸਾਰਨ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਮਨੁੱਖ ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਬੈਠਦਾ ਹੈ। ਬਾਣੀ 'ਚ ਆਪਾਂ ਬਹੁਤ ਵਾਰ ਇਹ ਸ਼ਬਦ ਪੜ੍ਹਦੇ ਹਾਂ। ਗੁਰਦੇਵ ਜੀ ਨੇ ਸਾਨੂੰ ਬਾਰ-ਬਾਰ ਹਦਾਇਤ ਦਿੱਤੀ ਹੈ ਉਸ ਸੱਚ ਦੇ ਨਾਲ ਜੁੜਨ ਦੀ, ਵੀ ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ। ਮਹਾਰਾਜ, ਮੈਂ ਤੁਹਾਨੂੰ ਕਿਉਂ ਭੁਲਾਵਾਂ, ਕਿਉਂਕਿ ਤੁਹਾਨੂੰ ਭੁਲਾਉਣ ਨਾਲ ਜ਼ਿੰਦਗੀ ਵਿੱਚ ਦੁੱਖਾਂ ਦੀਆਂ ਪੰਡਾਂ ਆਣ ਕੇ ਮਨੁੱਖ ਦੀ ਜੀਵਨ ਵਿੱਚ ਖੁੱਲ੍ਹ ਜਾਂਦੀਆਂ ਨੇ ਅਤੇ ਮਨੁੱਖ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਉਹ ਗਵਾ ਬੈਠਦਾ ਹੈ। ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਹੇ ਮੇਰੀ ਮਾਂ, ਮੈਂ ਉਸ ਮਾਲਕ ਨੂੰ ਕਿਉਂ ਭੁੱਲਾਂ ਜਿਹਨੂੰ ਭੁੱਲਣ ਕਰਕੇ ਮੇਰੀ ਜ਼ਿੰਦਗੀ ਵਿੱਚ ਦੁੱਖ ਅਤੇ ਤਕਲੀਫ ਆਉਂਦੀ ਹੈ। ਕਿਉਂਕਿ ਗੁਰਦੇਵ ਜੀ ਪਹਿਲੀ ਤੁਕ ਵਿੱਚ ਗੱਲ ਕਰਦੇ ਨੇ ਵੀ ਆਖਾਂ ਜੀਵਾਂ, ਜੇ ਤਾਂ ਮੈਂ ਆਖਦਾ ਹਾਂ, ਕਿਉਂਕਿ ਜੇ ਤਾਂ ਉਸ ਨੂੰ ਭੁੱਲਦਾ ਨਹੀਂ ਅਤੇ ਮੈਂ ਆਤਮਿਕ ਤੌਰ 'ਤੇ ਜਿਉਂਦਾ ਹਾਂ। ਕਿ ਜੀਵਨ ਵੀ ਦੋ ਕਿਸਮ ਦਾ, ਇੱਕ ਹੈ ਸਰੀਰ ਦਾ ਜਿਉਣਾ, ਦੂਜਾ ਹੈ ਮਨ ਦਾ ਜਿਉਣਾ। ਸਰੀਰਕ ਤੌਰ 'ਤੇ ਤਾਂ ਕਈ ਬਹੁਤ ਲੰਬੀ ਉਮਰ ਭੋਗ ਜਾਂਦੇ ਨੇ, ਪਰ ਆਤਮਿਕ ਤੌਰ 'ਤੇ ਮਨ ਕਰਕੇ ਮਰੇ ਹੁੰਦੇ ਨੇ। ਜਦੋਂ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਤਾਂ ਗੁਰਦੇਵ ਜੀ ਨੇ
ਆਤਮਿਕ ਤੌਰ ਤੇ ਜਿਉਂਦਾ ਉਸ ਨੂੰ ਮੰਨਿਆ ਜਿਹਦੇ ਅੰਦਰ ਸੱਚ ਵਸਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਇ। ਆਖਾਂ ਜੀਵਾਂ, ਜੇ ਮੈਂ ਆਖਦਾ ਹਾਂ, ਤੇ ਇੱਥੇ ਆਖਣ ਦਾ ਅਰਥ ਕੀ ਹੈ? ਜੇ ਮੈਂ ਉਸ ਮਾਲਕ ਦੇ ਗੁਣਾਂ ਨਾਲ ਆਪਣੀ ਸਾਂਝ ਪਾ ਕੇ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰਦਾ ਹਾਂ ਤੇ ਮੈਂ ਆਤਮਿਕ ਤੌਰ ਤੇ ਜਿਉਂਦਾ ਹਾਂ। ਇੰਜ ਕਹਿ ਲਈਏ ਵੀ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਕੇ ਜਦੋਂ ਮੈਂ ਚੰਗੇ ਕੰਮ ਕਰਦਾ ਤੇ ਮੈਂ ਆਤਮਿਕ ਤੌਰ ਤੇ ਜਿਉਂਦਾ ਹਾਂ। ਤੇ ਵਿਸਰੈ, ਜਦੋਂ ਮੈਂ ਉਸ ਸੱਚ ਨੂੰ ਭੁਲਾ ਦਿੰਦਾ ਹਾਂ, ਜਦੋਂ ਮੇਰੇ ਵਿੱਚੋਂ ਰੱਬੀ ਗੁਣ ਨਿਕਲ ਜਾਂਦੇ ਹਨ, ਕਿਉਂਕਿ ਗੁਣ ਬੜੀ ਵੱਡੀ ਚੀਜ਼ ਹੈ। ਸੰਸਾਰ 'ਤੇ ਅਸੀਂ ਕਦਰ ਹੀ ਗੁਣਾਂ ਦੀ ਕਰਦੇ ਹਾਂ। ਮਨੁੱਖ ਦੇ ਜੀਵਨ ਵਿੱਚੋਂ ਤੁਸੀਂ ਗੁਣ ਬਾਹਰ ਕੱਢਦੇ ਹੋ ਤੇ ਮਨੁੱਖ ਦੀ ਕੋਈ ਵੈਲਿਊ ਨਹੀਂ। ਵੈਸੇ ਹਰ ਚੀਜ਼ ਦੀ ਜਿਹੜੀ ਕਦਰ ਹੈ ਉਹਦੇ ਗੁਣ ਕਰਕੇ ਹੈ। ਤਾਂ ਹੀ ਬਾਣੀ 'ਚ ਆਖਿਆ ਸੀ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਾਹੀਂ, ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਗਾਂ ਦੀ ਕਦਰ ਉਹਦੇ ਦੁੱਧ ਕਰਕੇ ਹੈ, ਨਹੀਂ ਤੇ ਬਹੁਤ ਚੰਗੀਆਂ ਚੰਗੀਆਂ ਗਾਵਾਂ, ਚੰਗੀ ਨਸਲ ਦੀਆਂ ਗਾਵਾਂ ਜਿਹਨੂੰ ਦੁੱਧ ਨਾ ਦੇਣ ਉਹ ਘਰੋਂ ਕੱਢ ਦਿੱਤੀਆਂ ਜਾਂਦੀਆਂ ਹਨ। ਤੋ ਬੰਦੇ ਦੀ ਵੀ ਕਦਰ ਉਹਦੇ ਗੁਣ ਕਰਕੇ ਹੈ। ਦੁੱਧ ਬਿਨ ਧੇਨ, ਗੁਰਦੇਵ ਜੀ ਨੇ ਆਖਿਆ ਜਿਵੇਂ ਗਾਂ ਹੈ, ਜਦੋਂ ਮੰਡੀ ਵਿੱਚੋਂ ਕਿਸਾਨ ਗਾਂ ਖਰੀਦ ਕੇ ਲੈ ਕੇ ਆਉਂਦਾ ਹੈ, 70-70, 80-80 ਹਜ਼ਾਰ ਦੀਆਂ, ਲੱਖ ਰੁਪਏ ਦੀਆਂ ਵੀ ਗਾਵਾਂ, ਉਹਨਾਂ ਦੀ ਸੇਵਾ ਸੰਭਾਲ ਕਰਦਾ ਹੈ, ਉਹਨਾਂ ਨੂੰ ਚੰਗੇ ਪੱਠੇ ਪਾਉਂਦਾ ਹੈ, ਖਲ ਪਾਉਂਦਾ ਹੈ, ਖੁਰਾਕ ਚੰਗੀ ਦਿੰਦਾ ਹੈ। ਪਰ ਕਦੋਂ ਤੱਕ? ਜਦੋਂ ਤੱਕ ਉਹ ਦੁੱਧ ਦਿੰਦੀਆਂ ਨੇ। ਜੇ ਦੁੱਧ ਦੇਣਾ ਬੰਦ ਹੋ ਜਾਣ ਤਾਂ ਗਲ ਵਿੱਚੋਂ ਰੱਸਾ ਆਪੇ ਲਾਹ ਦਿੰਦਾ ਹੈ। ਇੰਜ ਕਹਿ ਲਓ ਵੀ ਜਦੋਂ ਤੱਕ ਗਾਂ ਦੁੱਧ ਦਿੰਦੀ ਹੈ, ਜੇ ਕਿਤੇ ਘਰੋਂ ਰੱਸਾ ਖੁੱਲ੍ਹ ਜਾਏ ਤੇ ਲੱਭ ਕੇ ਲੈ ਕੇ ਆਉਂਦਾ ਸਾਰਾ ਪਰਿਵਾਰ। ਪਰ ਜੇ ਕਿਤੇ ਗਾਂ ਦੁੱਧ ਨਾ ਦਿੰਦੀ ਹੋਵੇ ਤੇ ਕਈ ਵਾਰੀ ਆਪੇ ਰੱਸਾ ਖੋਲ੍ਹ ਦਿੰਦਾ ਹੈ। ਲਿਆਂਦੀ ਉਹ ਜਿਹੜੀ 70-80 ਹਜ਼ਾਰ, ਲੱਖ ਰੁਪਏ ਦੀ ਮੁੱਲ ਸੀ, ਉਹਨੂੰ ਉੱਦਾਂ ਹੀ ਗਲੋਂ ਰੱਸਾ ਲਾਹ ਦਿੰਦਾ ਹੈ। ਗਾਂ ਉਹ ਹੀ ਹੈ। ਇਹਦਾ ਅਰਥ ਗਾਂ ਦੀ ਕਦਰ, ਉਹਦੀ ਚਮੜੀ ਦੀ ਕਦਰ ਨਹੀਂ ਹੈ, ਕਦਰ ਉਹਦੇ ਦੁੱਧ ਦੀ ਹੈ। ਦੁੱਧ ਕਰਕੇ ਉਹਦੀ ਸੇਵਾ ਹੁੰਦੀ ਹੈ। ਦੁੱਧ ਬਿਨ ਧੇਨ ਤੇ ਪੰਖ ਬਿਨ ਪੰਖੀ, ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ। ਤੇ ਜਲ ਬਿਨ ਉਤਪੁਜ ਕਾਮ ਨਾਹੀਂ, ਜਿੰਨੀ ਮਰਜ਼ੀ ਵਧੀਆ ਲਿਆ ਕੇ ਬੀਜ ਤੁਸੀਂ ਜ਼ਮੀਨ ਵਿੱਚ ਪਾਇਆ ਹੈ, ਜੇ ਉਹਨੂੰ ਤੁਸੀਂ ਵਕਸਰ ਪਾਣੀ ਨਹੀਂ ਦਿੱਤਾ ਤੇ ਫਸਲ ਪ੍ਰਫੁੱਲਤ ਨਹੀਂ ਹੋਏਗੀ। ਜਲ ਬਿਨ ਉਤਪੁਜ ਕਾਮ ਨਾਹੀਂ, ਕਿਆ ਸੁਲਤਾਨ, ਉਹ ਕਾਹਦਾ ਬਾਦਸ਼ਾਹ ਹੈ, ਸਲਾਮ ਵੀ ਹੋਣਾ, ਜਿਹਨੂੰ ਲੋਕ ਅੰਦਰੋਂ ਸਲਾਮ ਨਾ ਕਰਦੇ ਹੋਣ। ਤੇ ਅੰਧੀ ਕੋਠੀ, ਇੱਥੇ ਕੋਠੀ ਮੀਨਿੰਗ ਹੈ ਜਿਸਮ, ਸਰੀਰ। ਉਹ ਸਰੀਰ ਕਾਹਦਾ? ਜਿੱਥੇ ਤੇਰਾ ਨਾਮ ਹੈ ਨਹੀਂ, ਜਿੱਥੇ ਪਾਵ ਸੱਚ ਹੈ ਨਹੀਂ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਤੋ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤਾ, ਆਖਾਂ ਜੀਵਾਂ, ਹੇ ਮੇਰੇ ਮਾਲਕ ਜੀ, ਜੇ ਤੇ ਮੈਂ ਤੁਹਾਨੂੰ ਆਖਦਾ ਹਾਂ, ਭਾਵ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜਿਉਂਦਾ ਹਾਂ ਤੇ ਮੈਂ ਆਤਮਿਕ ਤੌਰ ਤੇ ਜਿਉਂਦਾ ਹਾਂ। ਤੇ ਵਿਸਰੈ, ਜਦੋਂ ਮੈਂ ਉਹਨਾਂ ਗੁਣਾਂ ਨਾਲੋਂ ਨਾਤਾ ਤੋੜ ਦਿੰਦਾ, ਚੰਗਿਆਈ ਨਾਲੋਂ ਮੇਰਾ ਲਿੰਕ ਟੁੱਟ ਜਾਂਦਾ ਤੇ ਮੈਂ ਆਤਮਿਕ ਤੌਰ ਤੇ ਮਰ ਜਾਂਦਾ ਹਾਂ। ਵਿਸਰੈ ਮਰ ਜਾਉ। ਕਹਿੰਦੇ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਜਦੋਂ ਮੈਂ ਸੱਚ ਨਾਲੋਂ ਲਿੰਕ ਤੋੜਤਾ, ਰੱਬੀ ਗੁਣਾਂ ਨਾਲੋਂ ਮੇਰੀ ਦੂਰੀ ਪੈ ਗਈ ਤੇ ਮੈਂ ਮਰ ਜਾਣਾ, ਮੇਰੀ ਆਤਮਿਕ ਮੌਤ ਹੋ ਜਾਣੀ ਹੈ। ਇਹ ਪਤਾ ਹੋਣ ਦੇ ਬਾਵਜੂਦ ਵੀ ਆਖਣੇ ਔਖਾ ਸੱਚਾ ਨਾ, ਫੇਰ ਵੀ ਮੈਨੂੰ ਇਹ ਆਖਣਾ ਔਖਾ ਲੱਗੀ ਜਾਂਦਾ। ਹੁਣ ਤੁਸੀਂ ਦੇਖੋ, ਬੰਦੇ ਨੂੰ ਪਤਾ ਵੀ ਹੁੰਦਾ ਹੈ ਵੀ ਜਿਸ ਆਫਿਸ ਵਿੱਚ ਮੈਂ ਕੰਮ ਕਰਦਾ, ਜਿੱਥੇ ਮੈਂ ਅੱਖਾਂ ਪਾ ਕੇ ਗੱਲਾਂ ਕਰਦਾ ਵੱਡੇ ਤੋਂ ਵੱਡੇ ਅਫਸਰ ਦੇ, ਜਿੱਦਣ ਮੈਨੂੰ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਕਈ ਵਾਰੀ ਜਿਹੜਾ ਜੂਨੀਅਰ ਉਹਦਾ ਸਟਾਫ ਹੁੰਦਾ ਉਹ ਵੀ ਕਈ ਵਾਰੀ ਉਹਦੇ ਬਾਰੇ ਸ਼ਬਦ ਬੋਲਣ ਤੋਂ ਗੁਰੇਜ਼ ਨਹੀਂ ਕਰਦਾ। ਉਹ ਕਹਿੰਦਾ ਵੀ ਹੁਣ ਜਦੋਂ ਤੇਰੇ 'ਚ ਕਮੀ ਨਿਕਲ ਆਈ, ਅਸੀਂ ਤੇਰੀ ਪਰਵਾਹ ਕਿਉਂ ਕਰੀਏ। ਕਹਿੰਦੇ ਵੀ ਕਮਾਲ ਦੀ ਗੱਲ ਹੈ, ਬੰਦੇ ਨੂੰ ਪਤਾ ਵੀ ਹੈ ਵੀ ਰਿਸ਼ਵਤ ਜੇ ਮੈਂ ਲੈਂਦਾ ਫੜਿਆ ਗਿਆ, ਮੇਰੀ ਬੇਇੱਜ਼ਤੀ ਹੋਣੀ, ਆਹ ਗਲਤ ਕੰਮ ਕਰਦਾ ਮੈਂ ਫੜਿਆ ਗਿਆ, ਮੇਰੀ ਇੱਜ਼ਤ ਨਹੀਂ ਰਹਿਣੀ, ਪਰ ਫਿਰ ਵੀ ਉਹਨੂੰ ਚੰਗੇ ਰਸਤੇ 'ਤੇ ਤੁਰਨਾ ਔਖਾ ਲੱਗ ਰਿਹਾ, ਫਿਰ ਵੀ ਉਹਨੂੰ ਰਿਸ਼ਵਤ ਛੱਡਣੀ ਔਖੀ ਲੱਗ ਰਹੀ ਹੈ। ਬੰਦੇ ਨੂੰ ਪਤਾ ਵੀ ਹੈ ਵੀ ਇਸ ਨਸ਼ੇ ਨੇ ਮੇਰਾ ਪਰਿਵਾਰ ਬਰਬਾਦ ਕਰ ਦਿੱਤਾ, ਮੇਰਾ ਜੀਵਨ ਬਰਬਾਦ ਕਰ ਦਿੱਤਾ, ਮੈਨੂੰ ਵੱਡੇ ਘਰ ਤੋਂ ਨਿੱਕੇ ਘਰ ਵਿੱਚ ਲੈ ਆਂਦਾ, ਇਸ ਗਲਤ ਐਬ ਨੇ ਮੇਰੀ ਜ਼ਿੰਦਗੀ ਤਬਾਹ ਕਰਤੀ, ਪਰ ਫਿਰ ਵੀ ਉਹਨੂੰ ਐਬ ਛੱਡਣਾ ਔਖਾ ਲੱਗਦਾ, ਫਿਰ ਵੀ ਉਹਨੂੰ ਔਖਾ ਲੱਗਦਾ ਉਹ ਰਸਤਾ ਤਿਆਗਣਾ। ਤਾਂ ਗੁਰਦੇਵ ਜੀ ਕਹਿੰਦੇ ਜਦੋਂ ਪਤਾ ਲੱਗ ਗਿਆ ਵੀ ਜਦੋਂ ਮੈਂ ਰੱਬੀ ਗੁਣਾਂ ਨਾਲੋਂ ਲਿੰਕ ਤੋੜ ਕੇ ਜ਼ਿੰਦਗੀ ਜਿਉਣਾ, ਆਖਣੇ ਹੁਕਮ, ਧਿਆਨ ਨਾਲ ਸੁਣਿਓ, ਇਹ ਉਹ ਬਾਣੀ ਹੈ ਜਿਹੜੇ ਅਸੀਂ ਰਾਤ ਨੂੰ 10-15 ਮਿੰਟਾਂ ਵਿੱਚ ਪਾਠ ਕਰਕੇ ਆਪਣੇ ਆਪ ਨੂੰ ਇਹ ਭਰਮ ਪਾ ਲੈਨੇ, ਮੈਨੂੰ ਤੇ ਰੋਜ਼ ਮੈਂ ਇੰਨੀ ਬਾਣੀ ਪੜ੍ਹਦਾ। ਹੁਣ ਇਹਨੂੰ ਧਿਆਨ ਨਾਲ ਸੁਣਿਓ, ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਤੇ ਇਸੇ ਸਰੀਰ ਦੀ ਮੌਤ ਦੀ ਗੱਲ ਹੋਵੇ ਤੇ ਬੜੇ ਲੋਕ ਜਿਨ੍ਹਾਂ ਨੂੰ ਰੱਬ ਭੁੱਲਿਆ ਕਿ ਉਹ ਸੱਚੀ ਮਰ ਗਏ ਨੇ, ਫਿਰ ਦੁਨੀਆ 'ਤੇ ਲਾਸ਼ਾਂ ਹੀ ਬਹੁਤ ਹੋਣ, ਪਰ ਇੱਥੇ ਗੱਲ ਅੰਦਰ ਦੀ ਹੋ ਰਹੀ ਹੈ ਤੇ ਅੰਦਰ ਮੁਤਾਬਕ ਲਾਸ਼ਾਂ ਬਹੁਤ ਨੇ, ਬੜੀਆਂ। ਫਰਕ ਇੰਨਾ ਵੀ ਜਿਹੜੀ ਜਦੋਂ ਸਰੀਰ 'ਚੋਂ ਜਾਨ ਨਿਕਲਦੀ ਉਹ ਲਾਸ਼ ਤੁਰ ਫਿਰ ਨਹੀਂ ਸਕਦੀ,
वो तुर फिर नहीं सकती। बस आ फर्क है, जो जमीर मर जाती है ये लाश खा भी लेंदी है, ये लाश पी भी लेंदी है, ये लाश अपने काम कार भी करती फिरदी है, ये लाश तुरी फिरदी है, भजी फिरदी है। जिवें बाबे फरीद जी ने नहीं कहा भी बिरहा बिरहा आखिए बिरहा तू सुल्तान, जित तन बिरहा ना उपजे सो तन जान मसान। मसान किहनूं कहंदे? कब्रस्तान जिथे मुर्दे नूं दफनाया जाता है। कहंदे जिन्हों अजे तक ये नहीं पता मैं सच नालों विसड़िया वां, टुटिया होया वां, उत्ते कब्रस्तान है। हुण फर्क इन्ने भी कब्रस्तान एक जगह पई, एक कब्रस्तान तुरिया फिरदा, बंदा तुरिया फिरदा ही मसान है। तो सहब सच्चे पातशाह महाराज इत्थे बख्शिश करदे भी आखां जीवां जदों मैं आखदा हां, जदों मैं रब्बी गुणा मुताबक जिंदगी जिउंदा हां ते मैं आत्मक तौर ते अंदरों जिउंदा होया हां। जे मैं जिंदगी जिउंदा वां ते विसर है, जे मैं उहदे नाल लिंक तोड़ दिना ते मर जाऊं। पर यह पता होने के बावजूद कि आह काम गलत है, विसर हुण नशे की बोतल के उत्ते लिखिया हुंदा ये सेहत लई हानिकारक है, पता है ना, फिर भी छड्डना औखा लग रहा। फिर भी साडे पुत्रां धीआं दे आनंद कारज किन्ने परसेंट जिहड़े नशिਆਂ तो बिना हुंदे ने, फिर भी तुसीं वेख लो पता होने के बावजूद भी। ये जदों मैं सच नालों लिंक इदां समझ लो भी पता भी है बंदे नूं इस झूठ ने, इस बेईमानी ने, इस गलत रस्ते ने साडे घर दीआं खुशियां नूं तबाह करके रख दिता है, पर फिर भी सही रस्ते ते तुरना बंदे नूं औखा लग रहा है ना। इत्थे गुरुदेव जी कहंदे ने, कहंदे आखणे औखा साचा ना। हुण घर पाठ सवेरे शाम कर लैंदा है बंदा, ये विचार आपस विच खानी औखी लगदी है। दफ्तर विच पता है भी उत्थे हुण सवेरे शाम गुरुद्वारे जा आउणा, पाठ कर लैणा, मंदिर मस्जिद मत्था टेक आउणा, ये सवेरे शाम ते धर्म कर्म निभाउणा सौखा लगदा है, पर अपनी रोज़मर्रा की जिंदगी च गुण लैके आने औखा लगता है सानूं थोड़ा जिहा। पता होने के बावजूद भी जो मैं सच नालों लिंक तोड़ दिता ये मेरा नुकसान है। गुरुदेव जी कहते आखने औखा साचा नाम, ये औखा लग रहा है सच के उत्ते तुरना। पता होने के बावजूद भी जे सच नालों मैं लिंक तोड़ दिता तो मैं आत्मक तौर पर मर जावांगा। पातशाह अगे कहते हैं साचे नाम की लागै भूख। हुण सुनियो, हे मेरी माँ, जिन्हों सच्चे नाम की भुख लग जाए, साचे नाम की लागै भूख, उत भूखे खाए चल गए दुख। हुण फर्क वेखो, भुख किन्ने किस्म की हुंदी है। पदार्थां की भुख, कई वारी जिंदगी दे विच ना भुख ते किसी किस्म की वध जाए तो नुकसान करती है। रूप वेखण की भुख हो जाए, पराया रूप वेखण की भुख जिहड़ी है, किन्नियां दे घर तबाह कीते उन्हें। जायदाद की भुख, पता भी हुंदा भी दो भरा ने, दो भरावां विचों मेरा इन्ना ही हक है, पर भुख इन्नी हुंदी कि दूजे भरा का भी हक खाण नूं फिरदा। उस भुख ने एक भरा दे कोलों दूजे भरा का कतल कराता, एक खत्म हो गया, दूजा जेल चल गया, घर तबाह हो गया। इस भुख ने नुकसान किया ना। देखो भुख च फर्क है। तुहानूं शरीर की भुख भी वध लगे ना, कई बारी घर च तुसीं रोटी वध न्याणा खांदा होवे तो शरीर वधदा फुलदा मोटा हुंदा जावे तो मावां नहीं कई बारी कहंदियां बहुत थोड़ा जिहा कंट्रोल, इन्नी खुराक चंगी नहीं। खुराक उन्नी जिन्नी कि शरीर नूं फिट लगे, शरीर नूं सही रखे। हदों वध शरीर नूं भुख लगनी भी नुकसानदायक है, जिन्नी जिन्नी ठीक है। तुसीं देखो कई इस चीज़ दीयां भी दवाइयां खांदे, कई तो दवाई इस गल दी खांदे आ भी साडे बच्चे नूं भुख नहीं लगदी, कई इस गल दी डॉक्टर कोल दवाई लैण जांदे ने जी भुख वध लगदी है, 5-10 मिंटां बाद ही कुछ ना कुछ खाण नूं मंगी जांदा। ते हुण पता है ना शरीर की भुख भी नुकसान करदी है। हुण भुख एक किस्म दी है, किते चौधर की भुख, मान सन्मान की भुख, पराया रूप वेखण की भुख, जायदाद की। इस भुख ने किन्नियां जिंदगियां तबाह कीतियां ने। फर्क वेखो हुण तुसीं, जदों संसार की यह भुख लगती है तो बंदे की जिंदगी के सुख खाधे जाते हैं। जो जिंदगी च सच्चे नाम की भुख लगती है तो बंदे के दुख खाधे जाते हैं। हुण फैसला बंदिया तू करना है कि तू अपनी जिंदगी च दुखी होना चाहना तो सुखी होना चाहना है। भुख किहड़ी अपनी जिंदगी च तू पैदा करनी है, क्योंकि इत्थे लिखिया महाराज ने साचे नाम की लागै भूख। जिन्हां नूं सच्चे नाम की भुख लग गई, ਜਿਹੜੇ सच नाल हुण भुख हुंदी है ना भी मैनूं भुख लगी, तृप्त नहीं हो रहा मैं, वे भुख हुंदी भी बंदा खा के हटिया फिर मंगी जांदा, खा के हटिया फिर मंगी जांदा, पराया रूप उत्ते वेखण की भुख, मान सन्मान की भुख। हुण जिन्हों सच की भुख लग गई भी सच ते तुर के रज नहीं रहा जे, कहता होर अजे करना। कुदरती गल है, जिंदगी जो दुख खत्म हो जाएंगे, सच ते तुरन वाला प्रवाह थोड़ा करता किसी की, फिर दुख तो खत्म होने ही ने। तो गुरुदेव जी कहते साचे नाम की लागै भूख, उत भूख है उस भुख नाल, किहड़ी सच्चे नाम की भुख नाल, खाए चली गया दुख, तेरे दुख मुक जाने ने।
ਅੱਜ ਬੰਦੇ ਦੀ ਜ਼ਿੰਦਗੀ 'ਚ ਸੁੱਖ ਕਿਉਂ ਮੁੱਕੇ ਨੇ? ਕਿਉਂਕਿ ਭੁੱਖ ਗਲਤ ਲੱਗੀ ਇਹਨੂੰ। ਭੁੱਖ ਲੱਗੀ ਹੈ ਗਲਤ ਵੇਖਣ ਦੀ, ਭੁੱਖ ਲੱਗੀ ਹੈ ਪਦਾਰਥਾਂ ਦੀ। ਹੁਣ ਚੰਗੀ ਭਲੀ ਤੇਰੀ ਆਪਣੀ ਖੁਰਾਕ ਸੀ, ਤੇਰੀ ਆਪਣੀ ਰੋਟੀ ਸੀ, ਜਿਹੜਾ ਤੇਰਾ ਬਣਦਾ ਹੱਕ ਤੈਨੂੰ ਮਿਲਣਾ ਸੀ, ਜਦੋਂ ਤੂੰ ਦੂਜੇ ਦੇ ਮੂੰਹ ਵੱਲ ਵੇਖਦਾ ਵੀ ਕਹਿੰਦਾ ਵੀ ਉਹ ਮੈਨੂੰ ਮਿਲੇ, ਕੁੱਤੇ ਲਾਲਚੀ ਵਾਲੀ ਗੱਲ ਤੇ ਜਿਹੜੀ ਹੈ ਉਹ ਤਾਂ ਹੀ ਤੇਰੇ ਤੇ ਢੁਕਦੀ ਹੈ ਵੀ ਲੱਭ ਕੁੱਤਾ। ਵੀ ਕੁੱਤਾ ਜਿਹੜਾ ਹੈ ਉਹਨੂੰ ਲਾਲਚੀ ਕਿਉਂ ਆਖਿਆ? ਬੰਦੇ ਦੇ ਅੰਦਰ ਵੀ ਕੁੱਤਾ ਬੈਠਾ ਹੈ, ਲਾਲਚ ਰੂਪੀ ਕੁੱਤਾ ਬੈਠਾ ਹੈ, ਜਿਹੜਾ ਇਹਨੂੰ ਬੇਈਮਾਨੀ ਕਰਨ ਲਈ ਹਰ ਵਕਤ ਪ੍ਰੇਰਨਾ ਦਿੰਦਾ ਹੈ। ਤਾਂਹੀਓ ਅੱਜ ਬੰਦਿਆਂ ਦੇ ਕੋਲ ਪੈਸਾ ਆ ਗਿਆ ਪਰ ਸੁੱਖ ਥੋੜ੍ਹਾ ਆਇਆ। ਸਾਡੇ ਰਿਸ਼ਵਤਾਂ ਲੈਂਦੇ ਨੇ ਬੰਦੇ, ਕੋਰਟ ਕਚਹਿਰੀਆਂ ਦੇ ਵਿੱਚ, ਥਾਣਿਆਂ 'ਚ ਬੈਠੇ ਬੰਦੇ, ਤੁਸੀਂ ਮਾਰ ਕੇ ਵੇਖ ਲਓ ਧਿਆਨ। ਪੈਸਾ ਤੇ ਆ ਗਿਆ, ਸੁੱਖ ਕਿੱਥੇ ਆ ਗਿਆ? ਜਿਹੜੇ ਬੰਦੇ ਨੇ ਰਿਸ਼ਵਤ ਦਿੱਤੀ 5-7% ਵਿਆਜੀ ਪੈਸੇ ਚੁੱਕ ਕੇ, ਆਤਮਾ ਨਹੀਂ ਕੁਰਲਾ ਰਹੀ ਉਹਦੀ। ਹੁਣ ਇਹੋ ਜਿਹਾ ਬੰਦਾ ਰਿਸ਼ਵਤ ਘਰ ਲੈ ਕੇ ਮੁੜ ਕੇ ਲੰਗਰ ਲਾਵੇ ਤਾਂ ਵੇਖੋ ਜੀ, ਮੈਂ ਗੁਰਦੁਆਰੇ ਇਕੱਲਾ ਲੰਗਰ ਲਾਉਣਾ, ਕੀ ਫਾਇਦਾ ਉਹ ਲੰਗਰ ਦਾ? ਤੂੰ ਹਾਂ ਨਾਟਕ ਨਾ ਕਰਦਾ ਲੰਗਰ ਲਾਉਣ ਵਾਲਾ, ਪਤਾ ਨਹੀਂ ਕਿੰਨਿਆਂ ਦੇ ਘਰ ਤਬਾਹ ਕਰਕੇ ਲੈ ਕੇ ਆਇਆ ਤੂੰ। ਤੋ ਮਹਾਰਾਜ ਦੀ ਬਾਣੀ ਨੂੰ ਜਦੋਂ ਅਸੀਂ ਇੱਦਾਂ ਸਮਝਾਂਗੇ, ਗੁਰਦੇਵ ਜੀ ਕਹਿੰਦੇ ਨੇ ਆਖਾਂ ਜੀਵਾਂ, ਜਦੋਂ ਮੈਂ ਆਖਦਾ ਹਾਂ ਤੇ ਜਿਉਂਦਾ ਹਾਂ, ਵਿਸਰੈ ਮਰ ਜਾਉਂ। ਜਦੋਂ ਮੈਂ ਸੱਚ ਨਾਲੋਂ ਟੁੱਟ ਜਾਣਾ, ਜਦੋਂ ਮੈਂ ਰੱਬੀ ਗੁਣਾਂ ਨੂੰ ਭੁਲਾ ਦਿੰਦਾ ਤੇ ਵਿਸਰ ਜਾਂਦਾ ਮੈਨੂੰ, ਤੇ ਮੈਂ ਆਤਮਿਕ ਤੌਰ 'ਤੇ ਮਰ ਜਾਣਾ, ਵਿਸਰੈ ਮਰ ਜਾਉਂ। ਪਰ ਫਿਰ ਵੀ ਇਹ ਪਤਾ ਹੋਣ ਦੇ ਬਾਵਜੂਦ ਹੀ ਆਖਣੇ ਔਖਾ ਲੱਗ ਰਿਹਾ, ਆਖਣੇ ਔਖਾ ਸੱਚ ਆਨਾ। ਭਾਈ ਗੁਰਦਾਸ ਜੀ ਨੇ ਨਾ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਤਰ ਮੈਂ ਜੈਸੇ ਬਹੁ ਬਿੰਜਨ ਪਰੋਸੀਅਤ, ਪਾਤਰ ਮੈਂ ਜੈਸੇ ਬਹੁ ਬਿੰਜਨ ਪਰੋਸੀਅਤ, ਭੋਜਨ ਕੇ ਡਾਰੀਅਤ ਪਾਵੇ ਨੈ ਠਾਮ ਕੋ। ਤੁਸੀਂ ਵੇਖਿਆ ਜਦੋਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜਦੋਂ ਗੁਰਦੁਆਰਿਆਂ 'ਚ ਲੰਗਰ ਵਰਤਾਉਣ ਵਾਸਤੇ ਪੱਤਲ ਲੈ ਕੇ ਆਈਦੇ ਆ, ਪੱਤਿਆਂ ਦੇ ਬਣੇ ਹੋਏ ਥਾਲ ਹੁੰਦੇ ਨੇ, ਉਹ ਜੋੜ ਕੇ ਬਣਾਉਂਦੇ ਨੇ ਉਹਨਾਂ ਨੂੰ। ਹੁਣ ਉਹ ਪੱਤਲ ਤੁਸੀਂ ਬਾਜ਼ਾਰੋਂ ਖਰੀਦ ਕੇ ਲੈ ਆਉਂਦੇ ਦੁਕਾਨ ਤੋਂ, ਪਤਾ ਵੀ 5000 ਪੱਤਲ ਖਰੀਦ ਕੇ ਲਿਆਂਦਾ ਵੀ ਸੰਗਤ ਆਉਣੀ, ਉਹਨਾਂ ਨੂੰ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਹੈ। ਉਹਨਾਂ ਪੱਤਲਾਂ ਨੂੰ ਗੁਰਦੁਆਰੇ ਦੀ ਕਮੇਟੀ ਲਿਆ ਕੇ ਸਟੋਰ 'ਚ ਰੱਖਦੀ, ਇੱਦਾਂ ਸਟੋਰ ਦੇ ਵਿੱਚ ਰੱਖ ਦਿੰਦੀ ਹੈ। ਕਿੰਨੀ ਦੇਰ ਸਾਂਭੇ ਰੱਖਦੇ ਭਲਾ ਆਪਾਂ ਸਟੋਰ? ਜਦੋਂ ਤੱਕ ਉਹਨਾਂ 'ਤੇ ਭੋਜਨ ਪਾ ਕੇ ਨਹੀਂ ਖਾਧਾ ਕਿਸੇ ਨੇ, ਉਦੋਂ ਤੱਕ ਲੌਕ ਲਾ ਕੇ ਰੱਖਿਆ, ਸਟੋਰ ਦੇ ਅੰਦਰ ਰੱਖੇ। ਜਦੋਂ ਹੀ ਉਹ ਪੱਤਲ ਲੰਗਰ ਵਿੱਚ ਵਰਤਾਏ, ਉਹਨਾਂ ਦੇ ਪੱਤਲਾਂ ਦੇ ਉੱਤੇ ਪਾ ਕੇ ਜਦੋਂ ਭੋਜਨ ਖਾਧਾ ਗਿਆ, ਭੋਜਨ ਖਾਣ ਦੀ ਦੇਰ ਸੀ, ਹੁਣ ਪੱਤਲ ਨੂੰ ਉਹ ਜਗ੍ਹਾ ਮਿਲਣੀ ਹੈ ਜਿਹੜੀ ਉਹਦੇ ਕੋਲ ਪਹਿਲਾਂ ਸੀ। ਹੁਣ ਪੱਤਲ ਨੂੰ ਕੋਈ ਸਟੋਰ ਦੇ ਅੰਦਰ ਰੱਖੇਗਾ? ਹੁਣ ਤੇ ਬਸ ਬਾਹਰ ਵੱਡਾ ਗਾਰਬੇਜ ਲੱਗਾ, ਢੇਰ ਪਿਆ, ਇਹਦਾ ਗੱਡੀ ਰੱਖੀ ਹੈ, ਉਹਦੇ ਸੁੱਟੀ ਜਾਂਦੇ ਆ, ਦੂਰ ਜਾ ਕੇ ਉਹਨੂੰ ਅੱਗ ਲਾਉਣੀ ਹੈ। ਅੱਛਾ, ਜਦੋਂ ਤੱਕ ਉੱਤੇ ਖਾਧਾ ਨਹੀਂ ਸੀ ਉਹਨੂੰ ਲੌਕ ਲਾ ਕੇ ਰੱਖਿਆ। ਹੁਣ ਜਦੋਂ ਉਹਦੇ 'ਤੇ ਪਾ ਕੇ ਕੁਝ ਖਾ ਲਿਆ, ਹੁਣ ਲੌਕ ਲਾਉਣ ਦੀ ਲੋੜ ਹੈ ਭਲਾ ਕੋਈ ਉਹਨੂੰ? ਹੁਣ ਤੇ ਆਓ ਪਿਆ, ਗਾਵਾਂ ਮੂੰਹ ਮਾਰਦੀਆਂ ਫਿਰਦੀਆਂ ਨੇ ਉਹਦੇ ਵਿੱਚ, ਕੁੱਤੇ ਪੱਤਲ ਚੱਟਦੇ ਫਿਰਦੇ ਨੇ। ਪਾਤਰ ਮੈਂ ਜੈਸੇ ਬਹੁ ਬਿੰਜਨ ਪਰੋਸੀਅਤ, ਭੋਜਨ ਕੇ ਡਾਰੀਅਤ ਪਾਵੇ ਨੈ ਠਾਮ ਕੋ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਹੀ ਤੰਬੋੜ ਰਸ ਰਸਨਾ ਰਸਾਏ ਖਾਏ। ਹੁਣ ਭਾਵੇਂ ਇੱਥੇ ਗੱਲ ਉਸ ਚੀਜ਼ ਦੀ ਉਦਾਹਰਨ ਦਿੱਤੀ, ਇਹਦਾ ਅਰਥ ਨਹੀਂ ਵੀ ਭਾਈ ਸਾਹਿਬ ਇਹ ਖਾਣ ਦਾ ਬੜਾਵਾ ਦੇ ਰਹੇ ਨੇ, ਉਦਾਹਰਨ ਦੇ ਕੇ ਸਮਝਾ ਰਹੇ ਨੇ। ਜਿਵੇਂ ਬਾਣੀ 'ਚ ਇੱਦਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ, ਤੂੰ ਰੱਬ ਨੇ ਇੱਦਾਂ ਪਿਆਰ ਕਰ ਜਿਵੇਂ ਨਸ਼ੇੜੀ ਨਸ਼ੇ ਨਾ ਕਰਦੇ, ਇਹਦਾ ਅਰਥ ਥੋੜ੍ਹਾ ਵੀ ਨਸ਼ੇ ਦਾ ਬੜਾਵਾ ਦੇ ਰਹੇ ਨੇ। ਭਾਵੇਂ ਜਿਵੇਂ ਨਸ਼ੇੜੀ ਬੰਦਾ ਨਹੀਂ ਹੁੰਦਾ ਕਿ ਇਹਦੇ ਘਰ ਬਹਿ ਜਾ ਕੇ ਕਿ ਉਹਨੂੰ ਉਹਦੇ ਗਾੜੀ ਖਾਣਾ ਰੱਖਣ ਵੀ, ਰੋਟੀ ਖਾ ਲਓ, ਪਰ ਉਹ ਨਸ਼ਾ ਕਰਨ ਤੋਂ ਬਿਨਾਂ ਖਾਂਦਾ ਨਾ ਹੋਵੇ, ਖਾਣਾ ਰੋਟੀ ਨਾ ਖਾਂਦਾ ਹੋਵੇ। ਹੁਣ ਬੈਠਾ ਉਹ ਤੁਹਾਡੇ ਘਰ ਵਾ, ਪਰ ਸੁਰ ਤੋਂ ਜੀ ਆਪਣੇ ਉਸ ਨਸ਼ੇ 'ਚ ਵੀ ਜਦੋਂ ਤੱਕ ਮੈਂ ਉਹ ਪੀਵਾਂਗਾ ਨਹੀਂ ਉਦੋਂ ਤੱਕ ਮੈਨੂੰ ਨੀਂਦ। ਇਹ ਵੀ ਕਹਿ ਦੇਗਾ ਮੈਂ ਰਾਤ ਨੂੰ ਖਾਂਦਾ ਨਹੀਂ ਜੀ, ਜਾਂ ਮੈਂ ਖਾ ਕੇ ਆਇਆ ਜੀ। ਨਾਲ ਉਹਦੀ ਪਤਨੀ ਗਈ ਹੈ, ਉਹਦੇ ਮੂੰਹ ਵੱਲ ਵੇਖਣਾ, ਉਹਨੇ ਲਾ ਕੇ ਖਾ ਲੈਣਾ ਵਿਚਾਰੇ ਨੇ, ਉਹਨੇ ਘਰ ਆਣ ਕੇ ਪੀਣਾ ਨਸ਼ਾ, ਤੇ ਫੇਰ ਉਹਨੇ ਰੋਟੀ ਖਾਣੀ ਹੈ। ਹੁਣ ਉਹਦੀ ਸੁਰਤ ਘਰ ਲੱਗੀ ਹੋਈ ਸੀ ਵੀ ਮੈਂ ਇਹ ਕੰਮ ਕਰਨਾ ਹੀ ਨਹੀਂ। ਹੁਣ ਗੁਰੂ ਸਾਹਿਬ ਜੀ ਨੇ ਇੱਦਾਂ ਦੀਆਂ ਉਦਾਹਰਨ, ਜਿਵੇਂ ਵਕਾਰੀ ਬੰਦੇ ਦੀ ਗਲਤ ਕੰਮ ਦੇ ਵਿੱਚ ਸੁਰਤ ਦੀ, ਜੁਆਰੀਏ ਦੀ, ਜੂਏ ਦੀ ਆਦਤ ਵਿੱਚ ਆਪਣੀ ਸੁਰਤ ਟਿਕੀ ਹੁੰਦੀ ਹੈ। ਹੁਣ ਇੱਦਾਂ ਹੀ ਇੱਥੇ ਉਦਾਹਰਨ ਦਿੱਤੀ ਭਾਈ ਸਾਹਿਬ ਨੇ, ਜੈਸੇ ਹੀ ਤੰਬੋਲ ਰਸ ਰਸਨਾ ਰਸਾਏ ਖਾਏ। ਜਦੋਂ ਤੱਕ ਤੰਬੋਲ ਦੁਕਾਨ 'ਤੇ ਪਿਆ ਹੈ ਉਦੋਂ ਤੱਕ ਤੇ ਉਹ ਸਾਂਭ ਰੱਖਦਾ ਨਾ, ਦੁਕਾਨਦਾਰ ਉਹਨੂੰ ਇੱਦਾਂ ਡੱਬਿਆਂ 'ਚ ਪਾ ਰੱਖਦਾ। ਜਦੋਂ ਗਾਹਕ ਨੇ ਖਰੀਦਿਆ, ਖਾ ਕੇ ਇੱਦਾਂ ਦੰਦਾਂ ਥੱਲੇ ਚਿੱਥਿਆ, ਡਾਰੀਆ ਉਗਾ ਮਾਰਿਆ, ਉਹਨੇ ਮੂੰਹ 'ਚੋਂ ਬਾਹਰ ਸੁੱਟ ਦਿੱਤਾ। ਹੁਣ ਵੀ ਇੱਦਾਂ ਸਾਂਭ ਰੱਖੂ ਉਹਨੂੰ। ਹੁਣ ਉਹਦੀ ਕੀ ਵੈਲਿਊ ਰਹਿ ਗਈ? ਹੁਣ ਤਾਂ ਗੰਦਗੀ ਦਾ ਢੇਰ ਬਣ ਗਿਆ ਉਹ। ਹੁਣ ਤਾਂ ਨਫ਼ਰਤ ਹੋਣੀ ਦੂਜੇ ਨੂੰ ਉਹਦੇ ਵੱਲ ਵੇਖ ਕੇ। ਤੋ ਉਦਾਹਰਨ ਦਿੱਤੀ ਕਿੱਡੀ ਕਮਾਲ ਦੀ ਭਾਈ ਸਾਹਿਬ ਜੀ ਨੇ, ਵੀ ਵੇਖੋ ਪੱਤਰਾਂ ਨੂੰ ਸਾਂਭ ਕੇ ਰੱਖਿਆ ਉਦੋਂ ਤੱਕ ਜਦੋਂ ਤੱਕ ਉੱਤੇ ਭੋਜਨ ਨਹੀਂ ਸੀ ਪਾ ਕੇ ਖਾਧਾ। ਪੱਤਰਾਂ ਦੇ ਉੱਤੇ ਜੋ ਹੀ ਭੋਜਨ ਖਾ ਕੇ ਪਰਾਂ ਕੀਤਾ, ਤੇ ਹੁਣ ਉਹਨੂੰ ਕੋਈ ਸਾਂਭਣ ਦੀ ਲੋੜ ਥੋੜ੍ਹਾ, ਹੁਣ ਸਟੋਰ ਦੇ ਵਿੱਚ ਰੱਖਣ ਦੀ ਲੋੜ ਥੋੜ੍ਹਾ। ਫਿਰ ਭਾਈ ਸਾਹਿਬ ਤੀਜੀ ਉਦਾਹਰਨ ਦਿੰਦੇ, ਕਹਿੰਦੇ ਇੱਦਾਂ ਹੀ
ਫੂਲਣ ਕੋ ਹਾਰ ਔਰ ਧਾਰ ਬਾਸ ਲੀਜੇ ਜੈਸੇ, ਜਿਵੇਂ ਫੁੱਲਾਂ ਦੇ ਹਾਰ ਨਹੀਂ ਹੁੰਦੇ, ਉਹਨਾਂ ਨੂੰ ਪਰੋ ਕੇ ਇੱਦਾਂ ਕੱਲੇ ਕੱਲੇ ਫੁੱਲ ਨੂੰ ਤੋੜ ਕੇ ਵਿੱਚੋਂ ਦੀ ਉਹਦੇ ਰੱਸੀ ਲੰਘਾ ਕੇ ਉਹਦਾ ਹਾਰ ਬਣਾਇਆ ਜਾਂਦਾ। ਕਹਿੰਦੇ ਪਾਛੇ ਡਾਰ ਦੀਜੇ ਹੈ ਨਾ ਕਾਹੂ ਕੰਮ ਕੋ, ਜਦੋਂ ਸਾਰੀ ਦਿਹਾੜੀ ਫੁੱਲ ਪਏ ਰਹਿਣ, ਭਾਵੇਂ ਉਹ ਕੋਈ ਲੋਕੀ ਵਿਆਹਾਂ ਸ਼ਾਦੀਆਂ 'ਤੇ ਫੁੱਲ ਲਾਉਂਦੇ ਆ, ਭਾਵੇਂ ਆ ਨਗਰ ਕੀਰਤਨ 'ਚ ਫੁੱਲ ਲੈ ਕੇ ਆਉਂਦੇ ਆ, ਗੁਰਦੁਆਰਿਆਂ ਦੀ ਡੈਕੋਰੇਸ਼ਨ ਕਰਦੇ ਆ। ਹੁਣ ਫੁੱਲ ਮੁੱਲ ਖਰੀਦ ਕੇ ਲੈ ਕੇ ਆਉਂਦੇ, ਲੱਖਾਂ ਰੁਪਈਆਂ ਦੇ ਟੈਂਡਰ ਭਰੇ ਜਾਂਦੇ ਆ ਫੁੱਲਾਂ ਦੇ। ਹੁਣ ਜਦੋਂ ਫੁੱਲ ਖਰੀਦ ਕੇ ਲੈ ਕੇ ਆਉਂਦੇ ਮੁੱਲ, ਕਿੰਨਾ ਸਾਂਭ ਰੱਖਿਆ ਅੰਦਰ, ਐਂ ਸੋਹਣੇ ਤਰੀਕੇ ਨਾਲ ਸਜਾਇਆ, ਪਰ ਜਦੋਂ ਹੀ ਕੁਝ ਘੰਟੇ ਬੀਤੇ ਹੁਣ ਵੀ ਇੱਦਾਂ ਸਾਂਭਣ ਦੀ ਲੋੜ, ਲਾ ਕੇ ਮਾਰ ਕੇ ਹਾਰ ਉੱਪਰਾਂ ਸੁੱਟ ਦੇਣੇ। ਅਤੇ ਅਖੀਰ 'ਤੇ ਭਾਈ ਸਾਹਿਬ ਪੈਸੇ ਕੇਸ ਨੱਖ ਮੀਨਿੰਗ ਨਹੁੰ, ਜੈਸੇ ਕੇਸ ਨੱਖ ਥਾਨ ਭ੍ਰਿਸ਼ਟ ਨਾ ਸੁਹਾਤ ਕਾਹੂ, ਜਦੋਂ ਤੱਕ ਤੁਹਾਡੇ ਨਹੁੰ ਜਿਹੜੇ ਆ ਨਾ ਤੁਹਾਡੇ ਹੱਥਾਂ ਦੇ ਨਾਲ ਵਾ। ਤੁਸੀਂ ਵੇਖਿਆ ਨਾ ਕਈਆਂ ਬੀਬੀਆਂ ਨੂੰ ਆਪਣੇ ਨਹੁੰ ਵਧਾਉਣ ਦੀ ਆਦਤ ਹੁੰਦੀ ਹੈ, ਤਾਂ ਉਹਨਾਂ ਨੂੰ ਸਾਂਭ ਰੱਖਣਗੀਆਂ ਇੱਦਾਂ, ਐਂ ਸਾਫ਼ ਕਰਕੇ ਇੱਦਾਂ, ਮਤਲਬ ਐਨ ਕਈਆਂ ਨੂੰ ਆਦਤ ਹੁੰਦੀ ਇਹ ਚੀਜ਼, ਆਪਣੇ ਨੇਲ ਜਿਹੜੇ ਆ ਸਾਂਭ ਰੱਖਣੇ। ਜਦੋਂ ਤੱਕ ਤੁਹਾਡੇ ਨਾਲ ਆ, ਤੁਸੀਂ ਕਿੱਦਾਂ ਸਾਂਭ, ਜਿੱਦਾਂ ਤੁਸੀਂ ਹੱਥ ਸਾਂਭਦੇ ਜੇ ਇੱਦਾਂ ਤੁਸੀਂ ਆਪਣੇ ਨੇਲ ਸਾਂਭਦੇ ਜੇ, ਜਿੱਦਾਂ ਤੁਸੀਂ ਆਪਣੇ ਜਿਸਮ ਨੂੰ ਸਾਂਭਦੇ ਜੇ ਇੱਦਾਂ ਆਪਣੇ ਕੇਸਾਂ ਨੂੰ ਸਵਾਰ ਰੱਖਦੇ ਜੇ, ਧੋਂਦੇ ਜੇ, ਬਾਰ ਸਾਫ਼ ਕਰਦੇ ਜੇ। ਪਰ ਜਦੋਂ ਹੀ ਕੇਸ ਤੇ ਨਹੁੰ ਤੁਹਾਡੇ ਅੰਗ ਨਾਲੋਂ ਪਰਾਂ ਹੁੰਦੇ ਆ, ਜੈਸੇ ਕੇਸ ਨੱਖ ਥਾਨ ਭ੍ਰਿਸ਼ਟ ਨਾ ਸੁਹਾਤ ਕਾਹੂ, ਜਦੋਂ ਤੁਹਾਡੇ ਅੰਗ ਨਾਲੋਂ ਪਰਾਂ ਹੋ ਗਏ, ਹੁਣ ਵੀ ਉਹਨੂੰ ਉਨੇ ਹੀ ਸਤਿਕਾਰ ਦਿਓਗੇ, ਨੇਲ ਨੂੰ ਉਨੇ ਹੀ ਸਤਿਕਾਰ ਦਿਓਗੇ ਜਿੰਨਾ ਤੁਸੀਂ ਪਹਿਲਾਂ ਦਿੰਦੇ ਸੀ। ਆਪਣੇ ਕੇਸਾਂ ਨੂੰ ਹੁਣ ਵੀ ਉਨੇ ਸਤਿਕਾਰ ਦਿਓਗੇ। ਹੁਣ ਤੇ ਜਾਂ ਕੇਸ ਵਾਹੇ ਗੁੱਛੀ ਕੀਤੀ, ਚੁੱਲ੍ਹੇ 'ਚ ਅਗਨ ਭੇਟ ਕਰਤੀ, ਪਰ ਜਿਸਮ ਨਾਲ ਲੱਗਿਆਂ ਨੂੰ ਥੋੜ੍ਹਾ ਤੁਸੀਂ ਅਗਨ ਭੇਟ ਕਰੋਗੇ। ਹੁਣ ਇਹ ਗੱਲ ਉਦਾਹਰਨ ਕਹਿੰਦੇ ਤੈਸੇ ਕੇਸ ਨੱਕ ਥਾਨ ਭ੍ਰਿਸ਼ਟ ਨਾ ਸੁਹਾਤ ਕਾਹੂ, ਪ੍ਰੇ ਬਿਸ਼ਰਤ ਸੋਈ ਸੂਤ ਭਇਓ ਬਾਮ ਕੋ। ਇੱਦਾਂ ਜਿਹੜਾ ਸੱਚ ਨਾਲੋਂ ਟੁੱਟ ਗਿਆ, ਉਹਦੀ ਹਾਲਤ ਵੀ ਇੱਦਾਂ ਹੀ ਹੋਣੀ ਜਿਵੇਂ ਜਦੋਂ ਤੱਕ ਪੱਤਲ ਦੇ ਵਿੱਚ ਭੋਜਨ ਪਾ ਕੇ ਨਹੀਂ ਸੀ ਖਾਧਾ, ਪੱਤਲ ਨੂੰ ਸਾਂਭਿਆ ਗਿਆ। ਤੰਬੋਰ ਰਾਹ ਜਦੋਂ ਤੱਕ ਦੁਕਾਨ 'ਤੇ ਪਿਆ ਸੀ, ਅਗਲਾ ਸਾਂਭ ਰੱਖਦਾ ਸੀ। ਫੁੱਲ ਜਦੋਂ ਤੱਕ ਟਾਹਣੀ ਨਾਲ ਸੀ, ਕਿੱਦਾਂ ਮਾਲੀ ਸਵਾਰ ਰੱਖਦਾ ਸੀ। ਜਦੋਂ ਤੱਕ ਕੇਸ ਤੇ ਨਹੁੰ ਸਾਡੇ ਜਿਸਮ ਨਾਲ ਕਿੱਦਾਂ ਸਾਫ਼ ਰੱਖਦੇ ਸੀ, ਇੱਦਾਂ ਜਦੋਂ ਤੱਕ ਮੈਂ ਸੱਚ ਨਾਲ ਜੁੜਿਆ, ਮੇਰੀ ਬਿਊਟੀ ਹੈ, ਮੈਂ ਸੁੰਦਰ ਵਾਂ, ਮੈਂ ਚੰਗਾ ਵਾਂ। ਪ੍ਰੇ ਬਿਸ਼ਰਤ ਜਦੋਂ ਸੱਚ ਨਾਲੋਂ ਟੁੱਟ ਗਿਆ, ਸੋਈ ਸੂਤ ਭਇਓ ਬਾਮ ਕੋ, ਆਖਾਂ ਜੀਵਾਂ ਵਿਸਰੇ ਮਰ ਜਾ। ਜੇ ਮੈਂ ਆਖਦਾ ਤਾਂ ਮੈਂ ਜਿਉਂਦਾ ਹਾਂ, ਜੇ ਵਿਸਰ ਗਿਆ ਤਾਂ ਮੈਂ ਮਰ ਜਾਂਦਾ ਹਾਂ। ਤੁਸੀਂ ਵੇਖੋ ਇਹ ਉਦਾਹਰਨਾਂ ਬਿਲਕੁਲ ਸਿੰਪਲ ਅਤੇ ਸਾਦੀਆਂ ਨੇ। ਕਈਆਂ ਨੂੰ ਤੁਸੀਂ ਵੇਖਿਆ ਨਾ, ਕਈਆਂ ਬੰਦਿਆਂ ਨੂੰ ਵੀ ਹੁੰਦੀ ਹੈ, ਕਈਆਂ ਔਰਤਾਂ ਨੂੰ ਵੀ ਆਪਣੇ ਨੇਲ ਵਧਾ ਕੇ ਰੱਖਣੇ, ਜਦੋਂ ਤੱਕ ਉਹ ਆਪਣਾ, ਹੁਣ ਇਹਦਾ ਅਰਥ ਨਹੀਂ ਵੀ ਮੈਂ ਨਹੀਂ ਕਹਿੰਦਾ ਤੇ ਆ ਬੰਦੇ ਦੀ ਆਪਣੀ ਮਰਜ਼ੀ ਹੈ ਬਈ, ਇਹ ਤਾਂ ਮਰਜ਼ੀ ਇਨਸਾਨ ਦੀ ਆਪਣੀ, ਪਰ ਕਈਆਂ ਨੂੰ ਹੁਣ ਸ਼ੌਂਕ ਹੁੰਦਾ ਇੱਦਾਂ ਆਪਣੇ ਨੇਲ ਵਧਾ ਕੇ ਰੱਖਣਾ, ਉਹਨੂੰ ਸਾਫ਼ ਕਰਨਾ, ਆਪਣੇ ਕੇਸਾਂ ਨੂੰ ਸਾਫ਼ ਕਰਨਾ। ਉਦੋਂ ਤੱਕ ਜਦੋਂ ਤੱਕ ਤੁਹਾਡੇ ਜਿਸਮ ਦੇ ਨਾਲ ਨੇ, ਤੁਸੀਂ ਜਿੰਨਾ ਆਪਣੇ ਤਨ ਨੂੰ ਸਾਫ਼ ਸੁਥਰਾ ਰੱਖਦੇ ਜੇ, ਇੰਨਾ ਹੀ ਤੁਸੀਂ ਉਹਨਾਂ ਚੀਜ਼ਾਂ ਦੀ ਵੀ ਸਾਂਭ ਸੰਭਾਲ ਉਨੀ ਹੀ ਕਰਦੇ ਜੇ। ਇਹ ਉਦਾਹਰਨ ਦੇ ਕੇ ਸਮਝਾਇਆ ਬੰਦੇ, ਇੱਦਾਂ ਹੀ ਜਦੋਂ ਤੱਕ ਤੂੰ ਸੱਚ ਨਾਲ ਜੁੜੇ ਆ, ਕਦਰ ਤੇਰੀ ਨਹੀਂ ਹੈ, ਤੇਰੇ ਅੰਦਰ ਪਏ ਹੋਏ ਸੱਚ ਦੀ ਕਦਰ ਹੈ। ਸੱਚ ਬਾਹਰ ਨਿਕਲ ਗਿਆ, ਜਦੋਂ ਤੱਕ ਥਾਲ ਦੇ ਵਿੱਚ ਭੋਜਨ ਪਾ ਕੇ ਨਹੀਂ ਸੀ ਖਾਧਾ, ਪੱਤਲ ਨੂੰ ਸਾਂਭਿਆ, ਜਦੋਂ ਥਾਲ ਦੇ ਵਿੱਚ ਭੋਜਨ ਪਾ ਕੇ ਇੱਕ ਵਾਰੀ ਛਕ ਲਿਆ, ਉਹ ਪਿਆ। ਹੁਣ ਗਾਵਾਂ ਮੂੰਹ ਮਾਰਦੀਆਂ ਫਿਰਦੀਆਂ ਵਿੱਚ, ਕੁੱਤੇ ਮੂੰਹ ਮਾਰਦੇ ਫਿਰਦੇ ਉਹਨਾਂ ਪੱਤਲਾਂ 'ਚ। ਤੋ ਇੱਥੇ ਪਾਤਸ਼ਾਹ ਕਹਿੰਦੇ ਨੇ ਆਖਾਂ ਜੀਵਾਂ, ਜੇ ਮੈਂ ਆਖਦਾ ਤੇ ਜਿਉਂਦਾ ਹਾਂ, ਵਿਸਰੈ ਮਰ ਜਾਉਂ ਤੇ ਆਖਣੇ ਔਖਾ। ਪਤਾ ਹੋਣ ਦੇ ਬਾਵਜੂਦ ਵੀ ਜੇ ਵਿਸਰ ਗਿਆ ਤੇ ਮੈਂ ਮਰ ਜਾਣਾ ਆਤਮਿਕ ਤੌਰ 'ਤੇ, ਇਹ ਵੀ ਔਖਾ ਲੱਗ ਰਿਹਾ ਆਖਣਾ। ਆਖਣੇ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲੱਗ ਗਏ ਭੁੱਖ। ਹੇ ਮੇਰੀ ਮਾਂ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਗਈ, ਉਤ ਭੁੱਖ ਹੈ। ਉਸ ਭੁੱਖ ਨਾਲ, ਇਸ ਭੁੱਖ ਨਾਲ ਤੇ ਨੁਕਸਾਨ ਹੈ ਨਾ। ਵਾਸ਼ਨਾਵਾਂ 'ਚ ਪਏ ਹੋਏ ਬੰਦੇ ਨੂੰ ਗਲਤ ਰੂਪ ਵੇਖਣ ਦੀ, ਪਰਾਇਆ ਰੂਪ ਵੇਖਣ ਦੀ ਭੁੱਖ ਹੁੰਦੀ ਹੈ। ਰਿਸ਼ਵਤਾਂ ਲੈਣ ਵਾਲੇ ਨੂੰ ਦੂਜੇ ਦੇ ਘਰ ਠੱਗੀ ਮਾਰਨ ਦੀ ਭੁੱਖ ਹੁੰਦੀ ਹੈ। ਇਹ ਭੁੱਖ ਤਾਂ ਨੁਕਸਾਨ ਕਰਦੀ, ਪਰ ਆਹ ਭੁੱਖ ਤੇ ਫਾਇਦਾ ਕਰਦੀ ਹੈ। ਉਧਰ ਦੀ ਜਿੰਨੀ ਵਧੀ ਭੁੱਖ ਨੁਕਸਾਨ ਕਰੇਗੀ, ਇੱਧਰ ਦੀ ਜਿੰਨੀ ਵਧੀ ਭੁੱਖ ਤੇਰਾ ਫਾਇਦਾ ਕਰੇਗੀ। ਹੁਣ ਫਾਇਦਾ ਨੁਕਸਾਨ ਤੂੰ ਆਹ ਵੇਖ ਲੈ ਕੀ ਕਰਨਾ। ਉਤ ਭੁੱਖੇ ਖਾਏ ਚੱਲੀਏ ਦੁੱਖ, ਤੇਰੇ ਦੁੱਖ ਮੁੱਕ ਜਾਣੇ ਨੇ। ਹੁਣ ਤੂੰ ਫੈਸਲਾ ਤੂੰ ਕਰ ਵੀ ਤੂੰ ਦੁਖੀ ਹੋਣਾ ਕਿ ਸੁਖੀ ਹੋਣਾ, ਇਹ ਫੈਸਲਾ ਤੇਰੇ ਆਪਣੇ ਹੱਥ ਹੈ। ਉਤ ਭੁੱਖੇ ਖਾਏ ਚੱਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਂ। ਹੇ ਮੇਰੀ ਮਾਂ, ਇਹ ਮੈਨੂੰ ਕਿਉਂ ਭੁੱਲੇ? ਕਿਹੜਾ ਜਿਹਨੂੰ ਭੁੱਲਣ ਨਾਲ ਮੇਰਾ ਨੁਕਸਾਨ ਹੋਣਾ ਹੈ, ਮੈਂ ਕਿਉਂ ਭੁਲਾਵਾਂ ਉਹਨੂੰ? ਇਹਨੂੰ ਕਹਿੰਦੇ ਰਹਾਉ ਦੇ ਬੰਦ ਵਿੱਚ ਜਿਹੜੀ ਵਿਚਾਰ ਦਿੱਤੀ, ਬਾਕੀ ਸਾਰੀਆਂ ਪੰਕਤੀਆਂ ਉਸੇ ਰਹਾਉ ਦੇ ਬੰਦ ਦੀਆਂ ਪਰਿਕਰਮਾ ਕਰਕੇ ਉਸ ਗੱਲ ਨੂੰ ਸਮਝਾਉਣ ਵਿੱਚ ਸਾਡੀ ਮਦਦ ਕਰ ਰਹੀਆਂ ਨੇ। ਸੋ ਕਿਉਂ ਵਿਸਰੇ ਮੇਰੀ ਮਾਂ, ਸਾਚਾ ਸਾਹਿਬ ਸਾਚੇ ਨਾ। ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਸਾਚੇ ਨਾਮ ਕੀ ਤਿੜ ਵਡਿਆਈ। ਸੱਚੇ ਨਾਮ ਦੀ ਜਿਹੜੀ
तिल जिन्नी भी वडियाई आख थके, साचे नाम की तिल वडियाई आख थके। बड़े ने ਜਿਹੜੇ ਸੱਚੇ ਨਾਮ ਦੀ ਵਡਿਆਈ। ਹੁਣ ਇਹਨੂੰ ਆਪਾਂ ਸੁਰਤ ਨੂੰ ਪਿੱਛੇ ਲੈ ਜਾਓ ਤਾਂ ਕਿ ਗੱਲ ਸਮਝ ਪੈ ਜਾਏ ਸਾਨੂੰ। ਬੜੇ ਸੀ ਜਿਹੜੇ ਉਹਦੀ ਵਡਿਆਈ, ਉਹਦਾ ਅੰਤ ਪਾਉਣ ਦਾ ਯਤਨ ਕਰਦੇ ਰਹੇ। ਇੱਥੇ ਹੁਣ ਗੱਲ ਉਹਨਾਂ ਦੀ ਹੋ ਰਹੀ ਆ ਜਿਹੜੇ ਉਹਦਾ ਅੰਤ ਲੱਭਣ ਵਾਸਤੇ ਬੜੇ ਯਤਨ ਕਰਦੇ ਰਹੇ। ਜਿਵੇਂ ਆਪਾਂ ਪੜ੍ਹ ਰਹੇ ਵੀ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਜਿੰਨੀ ਵੀ ਤੇਰੀ ਮਹਿਮਾ ਨਹੀਂ ਬਿਆਨ ਕਰ ਸਕੇ। ਜਿਹੜੇ 24 ਘੰਟੇ ਸਮਾਧੀਆਂ ਲਾਉਣ ਵਾਲੇ, ਆਪਣੇ ਆਪ ਨੂੰ ਉਹਦੇ ਤੇਰੇ ਨਾਲ ਜੁੜਨ ਦਾ ਦਾਅਵਾ ਕਰਨ ਵਾਲੇ ਬੈਠੇ ਸਨ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ। ਇੱਥੇ ਰੁਕਣਾ ਆਪਾਂ। ਸੱਚੇ ਨਾਮ ਦੀ ਵਡਿਆਈ ਆ ਕੇ ਥੱਕ ਗਏ, ਭਾਵ ਜ਼ੋਰ ਲਾਉਂਦੇ ਥੱਕ ਗਏ, ਨਹੀਂ ਗੱਲ ਬਣੀ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ, ਕੀਮਤ ਨਹੀਂ ਪਾਈ। ਥੱਕ ਗਏ, ਹਾਰ ਗਏ, ਹੰਬ ਗਏ। ਕੀਮਤ ਦਾ ਅਰਥ ਕੀ? ਬਰਾਬਰ। ਵੀ ਨਹੀਂ ਦੱਸ ਪਾਏ। ਵੀ ਇੱਦਾਂ ਕਹਿ ਦੇਣ ਵੀ ਹੁਣ ਤਾਂ ਮੈਂ ਇੰਨੀ ਵਡਿਆਈ ਕੀਤੀ ਆ, ਹੁਣ ਤਾਂ ਮੈਂ ਦੱਸ ਦੇਵਾਂਗਾ ਵੀ ਇਹ ਤੋਂ ਅੱਗੇ ਕੱਖ ਨਹੀਂ ਹੈਗਾ। ਆਖ ਥਕੇ, ਕੀਮਤ ਨਹੀਂ ਪਾਈ। ਅੱਗੇ ਕਹਿੰਦੇ ਹੁਣ ਇੱਥੇ ਬਸ ਜੇ ਸਭ ਮਿਲ ਕੇ, ਸਭ ਸਮਝਦੇ ਹੋ, ਜਿੰਨਿਆਂ ਦੇ ਵੀ ਨਾਂ ਲਏ ਨੇ, ਕੋਈ ਗਿਆਨੀ ਹੈ, ਕੋਈ ਧਿਆਨੀ ਹੈ, ਕੋਈ ਪੁੱਠਾ ਲਮਕਿਆ, ਕੋਈ ਨਿਉਲੀ ਕਰਮ ਕਰ ਰਿਹਾ, ਕੋਈ ਯੋਗ ਆਸਣ ਕਰ ਰਿਹਾ, ਕੋਈ ਤਰ੍ਹਾਂ ਦੇ ਜਾਪ ਤਾਪ ਭਰਮਨ ਬਸੁਦਾ ਕਰ ਉਰਦ ਤਾਪ ਲੈ ਗੈਨ, ਜਿੰਨੇ ਵੀ ਹੈਗੇ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟ ਕੇ ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। मैं किए कर्मा नेक हार परे, स्वामी के द्वारा दीजे बुद्ध बबेका, मोन भयो करपाती रहे हो, मोन भयो करपाती रहे हो, नगन फिर बन माही। नागे भी रहे। सारे कौन सी जेड़ा अंत पाउण तुरे सी? जे कोई नागा सी, जे कोई तन ते कपड़ा नहीं सी पाउंदा, जे कोई तुरिया फिरदा सी, ये सारे कौन सी? कहते जे इदां दे सारे रल के, जे सब मिल के आखण पाहे, सारे मिल के भी कहण भी असीं उहदा अंत लभणा, ਕਹਿੰਦੇ ਵੱਡਾ ਨਾ ਹੋਵੇ। ਤੁਹਾਡੇ ਕਹਿਣ ਨਾਲ ਕਿਤੇ ਉਹਨੇ ਵੱਡੇ ਹੋ ਜਾਣਾ। ਜਿਹੜਾ ਆਪਣੇ ਆਪ 'ਚ ਹੀ ਵੱਡਾ, ਤੁਸੀਂ ਕਿੱਦਾਂ ਉਹਨੂੰ ਵੱਡਾ ਕਰ ਦੋਗੇ? ਵੀ ਜਿਹੜਾ ਆਪਣੇ ਆਪ 'ਚ ਹੀ ਵੱਡਾ, ਜਿਹੜਾ ਆਪਣੇ ਆਪ 'ਚ ਹੀ ਵੱਡਾ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕਿਵੜ ਚੀਰਾ। ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ। ਸਾਡੇ ਇੱਦਾਂ ਕਰਨ ਨਾਲ ਉਹਨੇ ਵੱਡੇ ਨਹੀਂ ਹੋਣਾ। ਵੀ ਅੰਤ ਹੁਣ ਇੱਥੇ ਕੌਣ ਲੋਕ ਨੇ ਜਿਹੜੇ ਉਹਦਾ, ਹੁਣ ਪ੍ਰਕਰਨ ਵੇਖੋ ਤੁਸੀਂ ਪਿੱਛੇ ਕਿਹੜਾ ਚੱਲਦਾ ਆ ਰਿਹਾ, ਜਿਹੜੇ ਉਹਨੂੰ ਪਾਉਣ ਵਾਸਤੇ ਉਹਦਾ ਅੰਤ ਲੱਭਣ ਲਈ ਯਤਨ ਕਰਦੇ ਰਹੇ। ਕਹਿੰਦੇ ਜੇ ਸਭ ਮਿਲ ਕੇ ਆਖਣ ਭਾਵੇਂ ਵੱਡਾ ਨਾ ਹੋਵੇ, ਇੱਦਾਂ ਕੀਤਿਆਂ ਉਹਨੇ ਵੱਡੇ ਨਹੀਂ ਹੋ ਜਾਣਾ। ਤੇ ਜੇ ਤੁਸੀਂ ਇਸ ਬੰਨੇ ਨਹੀਂ ਤੁਰੋ ਤੇ ਘਾਟ ਨਾ ਜਾਏ, ਉਹਨੇ ਘਟਣਾ ਨਹੀਂ। ਚੀਜ਼ਾਂ ਵੱਧਦੀਆਂ ਘਟਦੀਆਂ। ਤੁਸੀਂ ਬੈਂਕ ਵਿੱਚ ਤੁਹਾਡੇ ਪੈਸੇ ਨੇ, ਜਮ੍ਹਾਂ ਕਰਾਓਗੇ ਤੇ ਵਧਣਗੇ, ਕਢਾਓਗੇ ਤੇ ਘਟਣਗੇ। ਤੁਹਾਡੇ ਘਰ ਰਾਸ਼ਨ ਪਿਆ, ਖਾਓਗੇ ਤੇ ਘਟੇਗਾ, ਹੋਰ ਲਿਆ ਕੇ ਪਾਓਗੇ ਤੇ ਵਧੇਗਾ। ਇੱਦਾਂ ਹੀ ਹੋਏਗਾ ਨਾ। ਪਰ ਉਹ ਇੱਕੋ ਹੀ ਉਹ ਮਾਲਕ ਅਕਾਲ ਪੁਰਖ ਹੈ। ਜੇ ਮੈਂ ਉਹਦੀ ਵਡਿਆਈ ਨਾ ਕਰਾਂ ਉਹਨੇ ਘਟਣਾ ਨਹੀਂ, ਜੇ ਮੈਂ ਵਡਿਆਈ ਕਰ ਦੇਵਾਂ ਉਹਨੇ ਵਧਣਾ ਨਹੀਂ। ਇਹ ਬੰਦਾ ਹੀ ਹੈ ਜਿਹੜਾ ਵਾਧਾ ਘਟਦਾ ਹੈ। ਤੁਸੀਂ ਵੇਖਿਆ ਨਾ, ਬੰਦੇ ਕਈ ਵਾਧੇ ਘਟਦੇ ਆ। ਤੁਸੀਂ ਕਿਸੇ ਬੰਦੇ ਦੀ ਤਾਰੀਫ 'ਚ 2-4 ਸ਼ਬਦ ਬੋਲਦੇ ਹੋ ਤੇ ਬੰਦਾ ਫੁੱਲ ਜਾਂਦਾ ਹੈ। ਸਰੋਪਾ ਦੇ ਦਿਓ ਨਾਲ, ਇੱਦਾਂ ਉਹਦਾ ਮਾਣ ਸਨਮਾਨ ਕਰ ਦਿਓ, ਬੰਦਾ ਫੁੱਲ ਕੇ ਚੌੜਾ ਨਹੀਂ ਹੋ ਜਾਂਦਾ। ਇੱਦਾਂ ਮੇਰਾ ਕਈ ਬੰਦੇ ਭੁੱਖੇ ਹੁੰਦੇ ਆ ਇਸ ਗੱਲ ਦੇ ਵੀ ਕਿ ਉਹਦਾ ਨਾਂ ਬੋਲਿਆ ਜਾਵੇ, ਮਾਈਕ 'ਤੇ ਦੱਸਿਆ ਜਾਵੇ ਵੀ ਤੁਸੀਂ ਆਹ ਕੰਮ ਕੀਤਾ। ਕਈ ਬੰਦੇ ਇੱਦਾਂ ਦੇ ਬੈਕ 'ਤੇ ਰਹਿ ਕੇ ਸੇਵਾ ਕਰਨ ਵਾਲੇ ਵੀ ਹੁੰਦੇ ਵੀ ਸ਼ੋਅ ਨਹੀਂ ਹੋਣਾ, ਅੱਗੇ ਦੱਸਣਾ ਨਹੀਂ ਕਿਸੇ ਨੂੰ। ਤੁਸੀਂ ਵੇਖੋ ਕਈ ਵਾਰੀ ਰਿਸ਼ਤੇਦਾਰੀਆਂ 'ਚ ਵੀ ਇੱਦਾਂ ਦੇ ਬੰਦੇ ਹੁੰਦੇ ਨੇ। ਤੁਸੀਂ ਕਿਸੇ ਰਿਸ਼ਤੇਦਾਰ ਕੋਲ ਸਾਂਢੂ ਦੇ ਘਰ ਜਾਵੇ, ਕਿਤੇ ਸਹੁਰਿਆਂ ਘਰ ਜਾਵੇ, ਰਿਸ਼ਤੇਦਾਰਾਂ ਕੋਲ ਜਾਵੇ, ਉੱਥੇ ਇੱਦਾਂ ਉਹਨੂੰ ਅਗਲੇ ਇੱਦਾਂ ਬੈਠਣ ਲਈ ਮਾਣ ਸਨਮਾਨ ਕਰਨ, ਅੱਗੇ ਪਿੱਛੇ ਭੱਜੇ ਫਿਰਨ। ਬੰਦਾ ਨਹੀਂ ਕਹਿੰਦਾ ਆਹ ਰਿਸ਼ਤੇਦਾਰ ਮੇਰੇ ਬੱਲੇ ਬੱਲੇ ਕਰਾਤੀ, ਬਹੁਤੀ ਸੇਵਾ ਕੀਤੀ, ਇੱਦਾਂ ਹੀ ਕਹਿੰਦਾ ਬੰਦਾ। ਅਤੇ ਅਗਲੀ ਵਾਰ ਵੀ ਵਿਚਾਰੇ ਕਿਤੇ ਬਿਜੀ ਹੋਣ, ਉਹ ਧਿਆਨ ਨਾ ਦੇ ਪਾਉਣ, ਇੱਦਾਂ ਨਹੀਂ ਕਹਿੰਦਾ ਹੁਣ ਨਹੀਂ ਜਾਣਾ ਉੱਥੇ ਮੈਂ, ਉਹਨਾਂ ਮੇਰੀ ਇੰਨੀ ਬੇਇੱਜ਼ਤੀ ਕੀਤੀ। ਇਹਦਾ ਮਤਲਬ ਬੰਦੇ ਦਾ ਮਾਣ ਸਨਮਾਨ ਕਿਸੇ ਦੇ ਕੋਲ ਹੈ। ਉਹ 4 ਸ਼ਬਦ ਬੋਲੇ ਤੇ ਤੂੰ ਫੁੱਲ ਜਾਣਾ, 4 ਸ਼ਬਦ ਨਾ ਬੋਲੇ ਤੇ ਤੂੰ ਡਾਊਨ ਹੋ ਜਾਂਦਾ। ਇਹਦਾ ਅਰਥ ਤੂੰ ਵੱਧਦਾ ਵੀ ਹੈ ਤੇ ਘਟਦਾ ਵੀ ਹੈ। ਤੇ ਵਧਾਉਣ ਘਟਾਉਣ ਵਾਲਾ ਬੰਦਾ ਤੈਨੂੰ ਕੋਈ, ਜਿਵੇਂ ਲੀਡਰ ਨਹੀਂ ਹੁੰਦਾ, ਵੋਟਰ ਵੋਟ ਪਾਉਂਦਾ ਤੇ ਲੀਡਰ ਲੱਡੂ ਵੰਡਦਾ ਵੀ ਅੱਜ ਜਿੱਤ ਜਾਣਾ ਹੈ। ਭਾਵੇਂ ਇੱਕ ਵੋਟ ਨਾਲ ਹੀ ਫਰਕ ਪੈ ਜਾਏ। ਮੰਨ ਲਓ ਇੱਕ ਵੋਟ, ਇਹ ਤਾਂ ਮਤਲਬ ਹੁਣ ਰਿਕਸ਼ੇ ਵਾਲੇ ਨੂੰ ਮਾੜਾ ਗਿਣਦਾ, ਚਾਹ ਦੀ ਦੁਕਾਨ ਵਾਲੇ ਨੂੰ ਮਾੜਾ ਗਿਣਦਾ, ਕਈ ਵਾਰੀ ਉਹਦੀ ਆਖਰੀ ਵੋਟ ਨਾਲ ਹੀ ਉਹ ਜਿੱਤਦਾ। ਇਹਦਾ ਮਤਲਬ ਤੇਰੀ ਖੁਸ਼ੀ ਦਾ ਰਿਮੋਟ ਕੰਟਰੋਲ ਰਿਕਸ਼ੇ ਵਾਲੇ ਕੋ ਹੈ, ਆਟੋ ਵਾਲੇ ਕੋ ਹੈ, ਚਾਹ ਦੀ ਦੁਕਾਨ ਵਾਲੇ ਕੋ ਹੈ, ਫਰੂਟ ਦੀ ਦੁਕਾਨ ਵਾਲੇ ਕੋ ਹੈ।
ਤੇਰੀ ਖੁਸ਼ੀ, ਕਿਉਂਕਿ ਤੁਸੀਂ ਵੇਖੋ ਲੱਡੂਆਂ ਦੇ ਆਰਡਰ ਦਿੱਤੇ ਹੁੰਦੇ ਆ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਹੈ। ਜੋ ਵੋਟ ਪੈ ਗਈ ਤੇ ਲੀਡਰ ਸਾਹਿਬ ਖੁਸ਼ ਨੇ, ਇੱਧਰੋਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ 1-2 ਰਾਊਂਡ ਰਹਿ ਗਏ ਨੇ ਤੇ ਵੋਟਾਂ ਦੀ ਗਿਣਤੀ ਵਾਲੇ ਬੰਨੇ ਇਹ ਲੀਡਰ ਸਾਹਿਬ ਥੱਲੇ ਜਾ ਰਹੇ, ਨਾਲ ਹੀ ਬੈਠੇ, ਉੱਠਿਆ ਨਹੀਂ ਜਾ ਰਿਹਾ। ਕਈਆਂ ਨੂੰ ਕਈ ਪਹਿਲੇ ਘਰ ਨੂੰ ਤੁਰ ਪੈਂਦੇ, ਬਾਅਦ 'ਚ ਵੀ ਸਾਹਮਣਾ ਨਹੀਂ ਕੀਤਾ ਜਾਣਾ ਪੱਤਰਕਾਰਾਂ ਦਾ। ਇਹਦਾ ਮਤਲਬ ਤੁਹਾਡੀ ਖੁਸ਼ੀ, ਕਈਆਂ ਦੇ BP ਡਾਊਨ ਹੋ ਜਾਂਦੇ, ਕਈਆਂ ਨੂੰ ਸਿੱਧੇ ਹਸਪੀਟਲ ਲੈ ਕੇ ਜਾਣਾ ਪੈਂਦਾ ਚੱਕ ਕੇ ਉੱਦਣ ਹੀ। ਇਹਦਾ ਮਤਲਬ ਵੋਟਰ ਜਿਹੜਾ ਹੈ ਉਹਦੇ ਕੋਲ ਇੱਕ ਲੀਡਰ ਦੀ ਖੁਸ਼ੀ ਤੇ ਗਮੀ ਹੈ। ਵੋਟ ਪੈ ਗਈ ਤੇ ਲੀਡਰ ਸਾਹਿਬ ਖੁਸ਼, ਤੇ ਵੋਟ ਨਾ ਪਈ ਤੇ ਲੀਡਰ ਸਾਹਿਬ ਡਾਊਨ। ਰਿਸ਼ਤੇਦਾਰੀਆਂ 'ਚ ਵੀ ਐਸਾ ਹੁੰਦਾ, ਗੁਰਦੁਆਰਿਆਂ 'ਚ ਨਹੀਂ ਐਸਾ ਹੁੰਦਾ। ਸੇਵਾ ਕੀਤੀ ਹੋਵੇ, ਸਰੋਪਾ ਮਿਲ ਜਾਏ, ਬੱਲੇ ਬੱਲੇ ਹੋਣ, ਇੱਦਾਂ ਐ ਪਛਾਂ ਮੋਢੇ ਦਰਕਾ ਮਾਰ ਮਾਰ ਕੇ ਮੇਰੀ ਫੋਟੋ ਪਹਿਲਾਂ ਆਉਣ ਦਿਓ, ਇੱਥੇ ਮੇਰਾ ਨਾਂ ਲਿਖਿਆ ਜਾਣਾ ਚਾਹੀਦਾ। ਇਹ ਰੱਬ ਨਹੀਂ ਹੈ। ਜਿਹਨੂੰ ਤੁਸੀਂ ਕਹਿਣ ਨਾਲ ਵੱਡੇ ਕਰ ਦਿਓਗੇ ਤੇ 2 ਸ਼ਬਦ ਬੋਲੋਗੇ ਤੇ ਉਹ ਛੋਟੇ ਹੋ ਜਾਣਗੇ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ, ਉਹਨੇ ਸਾਡੇ ਕਹਿਣ ਨਾਲ ਵੱਡੇ ਨਹੀਂ ਹੋਣਾ। ਸਾਡੇ ਕਹਿਣ ਦਾ ਅਰਥ ਵਾ ਵੀ ਜਿੰਨੇ ਵੀ ਲੋਕ ਆੜੇ ਉੱਪਰ ਦੱਸੇ ਆ, ਇੱਦਾਂ ਦੇ ਜ਼ੋਰ ਲਾ ਕੇ ਮਰ ਜਾਣ, ਗਿਆਨੀ ਧਿਆਨੀ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡੇ, ਤਿਲ ਜਿੰਨੀ ਵਡਿਆਈ ਵੀ ਨਹੀਂ ਬਿਆਨ ਕਰ ਸਕੇ। ਸਾਚੇ ਨਾਮ ਕੀ ਤਿਲ ਵਡਿਆਈ ਆਖ ਤਕੇ, ਸੱਚੇ ਨਾਮ ਦੀ ਤਿਲ ਵਡਿਆਈ ਆਖ ਕੇ ਥੱਕ ਗਏ। ਕੀਮਤ ਨਹੀਂ ਪਾਈ ਪਰ ਬਰਾਬਰਤਾ ਨਹੀਂ ਲੱਭ ਸਕੇ, ਨਹੀਂ ਬਿਆਨ ਕਰ ਸਕੇ ਵੀ ਕਿਸੇ ਨੂੰ ਹੁਣ ਦੱਸ ਸਕੀਏ ਅਸੀਂ ਵੀ ਹੁਣ ਤੇ ਇਹ ਅੰਤ ਵੇਖ ਆਏ ਆ। ਜੇ ਸਭ ਮਿਲ ਕੇ ਆਖਣ ਪਾਹੇ, ਕਹਿਣ ਲੱਗੇ ਵੱਡਾ ਨਾ ਹੋਵੇ, ਘਾਟ ਨਾ ਜਾਏ। ਨਾ ਉਹਨੇ ਘਟਣਾ ਹੈ ਤੇ ਨਾ ਉਹਨੇ ਵੱਡੇ ਹੋਣਾ। ਜਿਹੜਾ ਹੁਣ ਸਵਾਲ ਪੈਦਾ ਹੋ ਗਿਆ ਵੀ ਜਿਹੜਾ ਉਹ ਵੱਡਾ ਵੀ ਨਹੀਂ ਹੁੰਦਾ ਤੇ ਘਟਦਾ ਵੀ ਨਹੀਂ, ਫਿਰ ਅਸੀਂ ਕਿਉਂ ਬਾਣੀ ਪੜ੍ਹਦੇ ਹਾਂ? ਸਿਰਫ ਆਪਣੇ ਆਪ ਨੂੰ ਸਵਾਰਨ। ਸਾਡਾ ਕਿਸੇ ਸਿਰ ਕੋਈ ਅਹਿਸਾਨ ਨਹੀਂ, ਕਿਸੇ ਸਿਰ ਕੋਈ ਅਹਿਸਾਨ ਨਹੀਂ। ਇਹ ਸਤਿਗੁਰ ਦੀ ਬਾਣੀ ਦੱਸ ਰਹੀ ਹੈ, ਵੱਡਾ ਨਾ ਹੋਵੇ, ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੂਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਯਾਨੀ ਕਿ ਨਾ ਉਹ ਮਰੈ ਨਾ ਹੋਵੇ ਸੋਗ, ਨਾ ਉਹ ਮਰਦਾ ਹੈ। ਕੌਣ? ਹੁਣ ਜਦੋਂ ਪਰਮੇਸ਼ਰ ਦਾ ਜਨਮ ਹੀ ਨਹੀਂ ਹੋਇਆ, ਉੱਥੇ ਮੌਤ ਕਿੱਥੋਂ ਹੋਣੀ ਹੈ? ਮੌਤ ਉੱਥੇ ਹੈ ਜਿੱਥੇ ਜਨਮ ਹੈ। ਉੱਥੇ ਤੇ ਕਹਿਤਾ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਹੜਾ ਅਜੂਨੀ ਹੈ, ਜਿਹੜਾ ਸਹਿਭੰਗ ਹੈ, ਜਿਹਦਾ ਜਨਮ ਹੀ ਨਹੀਂ ਹੋਇਆ, ਉੱਥੇ ਮੌਤ ਕਿੱਥੋਂ ਹੋਣੀ ਹੈ? ਹੁਣ ਸਾਡੇ ਆਪਣੇ ਘਰ ਹੁੰਦੇ, ਜਿਨ੍ਹਾਂ ਘਰਾਂ 'ਚ ਕਦੀ ਖੁਸ਼ੀ ਹੋਵੇ ਤੇ ਡੈਕੋਰੇਸ਼ਨ ਕੀਤੀ ਹੁੰਦੀ ਹੈ, ਲੜੀਆਂ ਲੱਗੀਆਂ ਹੁੰਦੀਆਂ ਨੇ, ਫੁੱਲ ਲੱਗੇ ਹੁੰਦੇ ਨੇ। ਜਦੋਂ ਬੰਦਾ ਖੁਸ਼ ਹੋਵੇ, ਉਹਦਾ ਘਰ ਵੀ ਦੱਸਦਾ ਕਿ ਅੱਜ ਘਰ ਵੀ ਖੁਸ਼ ਹੈ ਨਾਲ। ਜਦੋਂ ਬੰਦਾ ਉਦਾਸ ਹੋਵੇ, ਨਾਲ ਘਰ ਵੀ ਉਦਾਸ ਹੁੰਦਾ ਹੈ। ਘਰ ਉਹੀ ਹੁੰਦਾ ਜਦੋਂ ਘਰ 'ਚ ਕੋਈ ਡੈਥ ਹੋਈ ਹੋਵੇ, ਕਿੱਦਾਂ ਦਰੀਆਂ ਵਿਛਾ ਕੇ ਸਾਰੇ ਬੈਠੇ ਹੁੰਦੇ ਨੇ। ਗੁਰਦੇਵ ਜੀ ਇੱਥੇ ਕੀ ਬਖਸ਼ਿਸ਼ ਕਰ ਰਹੇ ਨੇ? ਨਾ ਉਹ ਮਰੈ, ਨਾ ਉੱਥੇ ਮੌਤ ਹੈ। ਇਹ ਮੇਰੀ ਮਾਂ, ਮੈਂ ਉਹਦੇ ਨਾਲ ਜੁੜਿਆ ਜਿਹੜਾ ਆਦ ਸੱਚ ਹੈ। ਨਾ ਉਹ ਮਰੇ ਨਾ ਹੋਵੇ ਸੋਗ। ਜਿੱਥੇ ਮੌਤ ਹੀ ਹੈ ਨਹੀਂ, ਉੱਥੇ ਸੋਗ ਕਿੱਥੋਂ ਹੋਣਾ? ਕਹਿੰਦੇ ਦਿੰਦਾ ਰਹੇ। ਕਮਾਲ ਦੀ ਗੱਲ ਵੇਖੋ, ਉਹ ਦੇ ਹੀ ਜਾ ਰਿਹਾ ਹੈ, ਗੁਣਾਂ ਦੀਆਂ ਦਾਤਾਂ ਦੇ ਹੀ ਜਾ ਰਿਹਾ। ਦਿੰਦਾ ਰਹੇ ਨਾ ਚੁੱਕੇ ਭੋਗ। ਉਹ ਇੰਨੀਆਂ ਦਾਤਾਂ ਦੇ ਰਿਹਾ ਵੀ ਉਹਦੇ ਘਰ ਭੋਗ ਪੈਂਦਾ ਹੀ ਨਹੀਂ ਦਾਤਾਂ ਦਾ। ਵਰਤੀ ਜਾ ਜਿੰਨੇ ਮਰਜ਼ੀ ਭੰਡਾਰੇ, ਉਹ ਤੇ ਸਿਫਤ ਸਲਾਹ ਦੇ ਏਡੇ ਉਹਦੇ ਕੋਲ ਭੰਡਾਰੇ ਨੇ, ਏਡੀਆਂ ਵੱਡੀਆਂ ਉਹਦੇ ਕੋਲ ਦਾਤਾਂ ਨੇ। ਲਈ ਜਾ, ਤੂੰ ਲੈਂਦਿਆਂ ਥੱਕ ਜਾਣਾ, ਉਹਨੇ ਦਿੰਦਿਆਂ ਥੱਕਣਾ ਥੋੜ੍ਹਾ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਭੋਗ ਮੀਨਿੰਗ ਸਮਾਪਤ ਹੋਣਾ, ਵਰਤਣ ਵਾਲੀ ਚੀਜ਼ ਮੁੱਕ ਜਾਣੀ। ਕਿਤੇ ਭੋਗ ਨਹੀਂ ਪੈਂਦਾ ਉਹਦੇ ਘਰ 'ਚ। ਆਪਣੇ ਘਰਾਂ 'ਚ ਭੋਗ ਪੈ ਸਕਦਾ ਕਿਸੇ ਚੀਜ਼ ਦਾ। ਉਹ ਤੇ ਇਹਨਾਂ ਗੁਣਾਂ ਦਾ ਮਾਲਕ ਹੈ। ਵੰਡੀ ਜਾ, ਇਹਨੂੰ ਆਖਿਆ ਸੀ ਨਾ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਹ ਤੋੜ ਥੋੜ੍ਹਾ ਆਉਂਦੀ ਹੈ, ਵੱਧ ਹੀ ਜਾਣਾ, ਵੱਧ ਹੀ ਜਾਣਾ। ਅੱਛਾ, ਕੁਝ ਚੀਜ਼ਾਂ ਖਰਚੀਏ ਤੇ ਘਟਦੀਆਂ ਨੇ, ਇਹ ਜਿੰਨਾ ਖਰਚੇਗਾ ਉਨਾ ਵਧਣਾ ਹੈ, ਉਹਨਾਂ ਵੱਧਦਾ ਜਾਣਾ, ਉਹਨਾਂ ਵੱਧਦਾ ਜਾਣਾ। ਵੱਖਰੀ ਗੱਲ ਸੀ ਇਹ ਤੁਕਾਂ ਹੈ ਸੀ ਗੁਰਬਾਣੀ ਪ੍ਰਤੀ, ਉਸ ਪਰਮੇਸ਼ਰ ਦੇ ਗੁਣਾਂ ਪ੍ਰਤੀ। ਅਸੀਂ ਲਿਆ ਕੇ ਦਾਲ ਆਟੇ 'ਤੇ ਲਾ ਛੱਡੀਆਂ ਤੁਕਾਂ ਵੀ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ, ਵੱਧ ਹੋ ਜਾਈ। ਅਸੀਂ ਤੇ ਤੁਕਾਂ ਨੂੰ ਇੱਦਾਂ ਹੀ ਵਰਤਿਆ। ਬਾਣੀ ਦੇ ਨੂੰ ਕਾਰ ਲਿਆਂਦੀ, ਇਹ ਪੇ ਦਾ ਤੇਰੀ ਦਾ ਤਾਰ। ਅਸੀਂ ਤੇ ਲਿਆ ਕੇ ਇੱਥੇ ਚੀਜ਼ਾਂ ਰੱਖ ਦਿੱਤੀਆਂ। ਜੇ ਇੱਦਾਂ ਸੋਚਾਂਗੇ, ਤੁਸੀਂ ਕਾਰ ਨਵੀਂ ਲੈ ਕੇ ਆਏ, ਤੁਹਾਡੇ ਲਈ ਕਾਰ ਦਾਤ ਹੈ। ਜਦੋਂ ਅਗਲੇ ਦੇ ਕੋਲ ਗਰਾਜ ਵਿੱਚ ਕਾਰ ਵੱਜੀ ਜਾਂਦੀ ਆ, 50,000 ਬਿੱਲ ਬਣਾਉਂਦਾ ਤੁਹਾਡੇ ਲਈ, ਉਹਦੇ ਵਾਸਤੇ ਉਹ ਦਾਤ ਹੈ। ਉਦੋਂ ਤੁਹਾਡੇ ਲਈ ਦਾਤ ਨਹੀਂ ਆ। ਉਹ ਸਵੇਰੇ ਉੱਠ ਕੇ ਆਪਣੀ ਦੁਕਾਨ ਖੋਲ੍ਹਦਾ ਵੀ ਅੱਜ 2-4 ਗਾਹਕ ਆ ਜਾਣ। ਜੇ ਇੱਦਾਂ ਸੋਚਾਂਗੇ, ਫਿਰ ਦੁਨੀਆ ਕਦੀ ਵੀ ਨਹੀਂ ਚੱਲ ਪਾਏਗੀ। ਦੁਨੀਆ ਅਤੇ ਸੰਸਾਰ 'ਤੇ ਤੁਸੀਂ ਵੇਖੋ, ਜੇ ਸੰਸਾਰ 'ਤੇ ਆਪਾਂ ਇੱਦਾਂ ਜੋੜ ਘਟਾਓ ਕਰ ਲੱਗੀਏ,
ਆਪਾਂ ਅਸੀਂ ਆਪਣੇ ਨਫੇ ਨੂੰ ਦਾਤ ਕਹਿੰਦੇ ਆ, ਨੁਕਸਾਨ ਨੂੰ ਕਹਿੰਦੇ ਰੱਬ ਜੀ ਕਰੋਪ ਹੋ ਗਿਆ। ਹੁਣ ਜੇ ਇੱਕ ਬੰਨੇ ਨਫਾ ਹੋ ਰਿਹਾ, ਦੂਜੇ ਬੰਨੇ ਨੁਕਸਾਨ ਹੋ ਰਿਹਾ, ਦੂਜੇ ਬੰਨੇ ਨੁਕਸਾਨ ਹੋ ਰਿਹਾ ਤੇ ਦੂਜੇ ਬੰਨੇ ਇੱਕ ਬੰਨੇ ਨਫਾ ਹੋ ਰਿਹਾ, ਇੱਦਾਂ ਹੀ ਹੋ ਰਿਹਾ। ਇੱਥੇ ਆਪਾਂ ਇੱਦਾਂ ਹੀ ਵੇਖਦੇ ਹਾਂ ਵੀ ਇੱਕ ਬੰਨੇ ਜੁੜ ਰਿਹਾ, ਇੱਕ ਬੰਨੇ ਟੁੱਟ ਰਿਹਾ। ਇੱਕ ਬੰਨੇ ਜਦੋਂ ਆਪਾਂ ਪਿੱਛੇ ਪੜ੍ਹ ਆਏ ਹਾਂ ਭੁਗਤ ਗਿਆਨ ਦਾ ਭੰਡਾਰਨ ਵਾਲੀ ਪੌੜੀ ਵੀ ਸੰਜੋਗ ਵਿਜੋਗ ਦੋ ਇਹ ਕਾਰ ਚਲਾਵੇਂ, ਇਹ ਸੰਜੋਗ ਤੇ ਵਿਜੋਗ ਦੋ ਚੀਜ਼ਾਂ ਕਾਰ ਚਲਾ ਰਹੀ। ਇੱਕ ਬੰਨੇ ਮਿਲ ਰਿਹਾ, ਦੂਜੇ ਬੰਨੇ ਵਿਛੜ ਰਿਹਾ, ਇੱਕ ਬੰਨੇ ਨਫਾ ਹੋ ਰਿਹਾ, ਦੂਜੇ ਬੰਨੇ ਨੁਕਸਾਨ ਹੋ ਰਿਹਾ। ਇੱਦਾਂ ਹੀ ਹੋ ਰਿਹਾ, ਇੱਥੇ ਹੋ ਰਿਹਾ। ਸਾਡਾ ਮਰੀਜ਼ ਹਸਪੀਟਲ ਜਾ ਰਿਹਾ, ਅਸੀਂ ਤੜਫ ਰਹੇ ਹਾਂ, ਅਸੀਂ ਮਰ ਰਹੇ ਹਾਂ ਵੀ ਸਾਡਾ ਮਰੀਜ਼, ਸਾਨੂੰ ਇੰਨੇ ਦਿਨ ਹਸਪੀਟਲ ਰਹਿਣਾ ਪੈ ਰਿਹਾ। ਡਾਕਟਰਾਂ ਦੀ ਚਾਹੁੰਦੀ ਉਹ ਕਿਤੇ ਸਾਡੇ ਹੱਥ ਕਮਾਲ ਹੋ ਗਈ। ਉੱਦਾਂ ਤੁਹਾਡੀ ਜੇਬ 'ਚੋਂ ਪੈਸੇ ਕਢਾਉਣੇ ਸੌਖੇ ਸੀ ਕਿਤੇ। ਥਾਣੇ ਆ ਕਤਲ ਹੋ ਜੇ, ਆਪਾਂ ਸਾਡੇ ਵਾਸਤੇ ਬੰਦਾ ਮਰਿਆ, ਉਹਨਾਂ ਵਾਸਤੇ ਤੇ ਉਹ ਵਿਆਹ ਨੂੰ ਵੀ ਵੱਡਾ ਫੰਕਸ਼ਨ ਹੈ। ਉਹ ਕਹਿੰਦੇ ਉੱਦਾਂ ਇਹਨਾਂ ਕੋਲ ਪੈਸੇ, ਰਾਹ ਜਾਂਦੇ ਬੰਦੇ ਕੋਲ ਤੁਸੀਂ ਪੈਸੇ ਲੈ ਕੇ ਵਿਖਾਓ, ਪਰ ਜਦੋਂ ਘਟਨਾ ਵਾਪਰ ਜਾਂਦੀ ਕਿੱਦਾਂ ਬੰਦਾ ਆਪੇ ਪੈਸੇ ਚੱਕੀ ਫਿਰਦਾ ਵੇ। ਇਹ ਦੁਨੀਆ ਅਸੀਂ ਆਪਣੇ ਫਾਇਦੇ ਵਾਸਤੇ ਦਾਤਾਂ ਕਹੀ ਜਾਂਦੇ ਹਾਂ। ਤਾਂ ਪਾਤਸ਼ਾਹ ਕਹਿੰਦੇ ਗੱਲ ਗੁਣਾਂ ਦੀ ਸੀ ਪਿਆਰਿਓ, ਗੱਲ ਗੁਣਾਂ ਦੀ ਹੈ, ਗੁਣਾਂ ਦੀ ਦਾਤ ਦੀ ਗੱਲ ਹੈ। ਜਦੋਂ ਅਸੀਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਦੇ, ਅਸੀਂ ਨਾ ਹਰ ਚੀਜ਼ ਨੂੰ ਆਪਣੇ ਪਲੜੇ 'ਚ ਪਾ ਕੇ ਸੋਚਦੇ। ਜਦੋਂ ਸਾਡੇ ਘਰ ਪੁੱਤਰ ਦਾ ਆਨੰਦ ਕਾਰਜ ਹੁੰਦਾ ਹੈ ਨਾ, ਪਿੰਡ ਵਿੱਚ ਕਿਸੇ ਦੀ ਮੌਤ ਹੋਈ ਹੋਵੇ ਨਾ, ਸੱਚੀ ਗੱਲ ਹੈ, ਸਾਨੂੰ ਇੰਝ ਲੱਗਦਾ ਸਾਡੀ ਖੁਸ਼ੀ 'ਚ ਭੰਗ ਪੈ ਗਈ। ਇੱਦਾਂ ਹੁੰਦਾ ਸਾਨੂੰ ਲੱਗਦਾ, ਸਾਨੂੰ ਉਦੋਂ ਫਿਰ ਲੱਗਦਾ ਲੈ ਅਸੀਂ ਭੰਗੜੇ ਪਾਉਣੇ ਸੀ, ਨਾਚ ਗਾਣੇ ਕਰਨੇ ਸੀ, ਇਹਨੇ ਹੁਣ ਹੀ ਮਰਨਾ ਸੀ। ਚੰਗਾ ਲੱਗਦਾ ਸਾਨੂੰ ਖੁਸ਼ੀ 'ਚ ਭੰਗ ਲੱਗਦੀ ਪੈ ਗਈ, ਨੁਕਸਾਨ ਹੋ ਗਿਆ ਸਾਡਾ ਬੜਾ ਵੱਡਾ। ਜਦੋਂ ਸਾਡੇ ਘਰ ਮੌਤ ਹੁੰਦੀ, ਸਾਨੂੰ ਉਦੋਂ ਕਿਸੇ ਦੀ ਬਰਾਤ ਚੰਗੀ ਨਹੀਂ ਲੱਗਦੀ ਵੀ ਅੱਜ ਕੋਈ ਬਰਾਤ ਲੈ ਕੇ ਵਿਆਹੁਣ ਚੱਲੇ ਹੈ। ਕਿਉਂ ਬਈ ਤੇਰੇ ਮੁਤਾਬਕ ਦੁਨੀਆ ਥੋੜ੍ਹਾ ਚੱਲੇਗੀ, ਤੈਨੂੰ ਆਪਣੇ ਆਪ ਦੀ ਤਿਆਰੀ ਕਰਨੀ ਪੈਣੀ ਹੈ ਵੀ ਖੁਸ਼ੀ ਵੇਲੇ ਗਮੀ ਤੇ ਗਮੀ ਵੇਲੇ ਹਰ ਚੀਜ਼ ਦੀ ਤਿਆਰੀ ਕਰ ਸਕੇ ਤੂੰ। ਇਹ ਸੰਸਾਰ ਹੈ, ਇਹ ਕੱਲੀਆਂ ਤੁਕਾਂ ਪੜ੍ਹਨ ਲਈ ਨਹੀਂ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਦੁੱਖ ਵਿੱਚ ਰਹਿ ਕੇ ਵੀ ਤੂੰ ਉਸ ਸੁੱਖ ਦਾ ਅਹਿਸਾਸ ਕਰ ਸਕੇ, ਜ਼ਿੰਦਗੀ ਜੂਣ ਦਾ ਤਰੀਕਾ ਸਿੱਖਣਾ ਇਹ ਬਾਣੀ ਸਿਖਾਉਂਦੀ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਕਹਿੰਦੇ ਗੁਣ ਇਹੋ, ਇੱਥੇ ਗੁਣ ਦੇ ਨਾਣੇ ਨੂੰ ਔਂਕੜ ਹੈ। ਵੈਸੇ ਤਾਂ ਪ੍ਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ, ਉਹ ਤੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਬੇਅੰਤ ਗੁਣਾਂ ਦਾ ਮਾਲਕ ਹੈ, ਉਹਦੇ ਵਿੱਚ ਕੋਈ ਇੱਕ ਗੁਣ ਥੋੜ੍ਹਾ, ਪਰ ਇੱਥੇ ਗੁਣ ਦੇ ਨਾਣੇ ਨੂੰ ਔਂਕੜ ਹੈ, ਭਾਵ ਇੱਕ ਵਚਨ। ਇਹ ਗੁਣ ਹੈ ਰੱਬ ਵਿੱਚ, ਇੱਕੋ ਹੀ ਗੁਣ ਹੈ, ਕਿਹੜਾ ਭਲਾ? ਇਹ ਉਹਦੀ ਖਾਸ ਖੂਬੀ ਹੈ, ਇੱਦਾਂ ਕਹਿ ਲਓ ਫਿਰ ਇਹਨੂੰ ਗੁਣ ਦੇ। ਹੁਣ ਤੁਸੀਂ ਸੋਦਰ ਬਾਣੀ ਦਾ ਤੀਜਾ ਸ਼ਬਦ ਹੈ ਸਾਧ ਸੰਗਤ ਜੀ, ਜਿਹੜੇ ਤੁਹਾਡੇ 'ਚੋਂ ਕਹਿੰਦੇ ਨੇ ਬਾਣੀ 'ਚ ਵਿਆਕਰਨੀ ਹੈ, ਜਿਹੜੇ ਸੰਪਰਦਾਇ ਡੇਰੇਦਾਰ ਕਹਿੰਦੇ ਜੀ ਬਾਣੀ 'ਚ ਵਿਆਕਰਨੀ, ਜੀ ਬਾਣੀ ਵਿੱਚ ਜਿਹੜਾ ਔਂਕੜ ਲੱਗਾ ਹੈ, ਸਿਹਾਰੀ ਲੱਗੀ ਹੈ, ਇਹਦਾ ਵੀ ਕੋਈ ਮੀਨਿੰਗ ਹੈ, ਇਹਦਾ ਵੀ ਕੋਈ ਅਰਥ ਹੈ। ਇੱਥੇ ਗੁਣ ਦੇ ਨਾਣੇ ਨੂੰ ਔਂਕੜ ਲੱਗਾ, ਤੁਸੀਂ ਵੇਖੋ, ਤੁਸੀਂ ਆਪਣੇ ਘਰਾਂ ਦੇ ਨਾਲ ਪੋਥੀਆਂ ਤੇ ਗੁਟਕਿਆਂ ਤੇ ਚੈੱਕ ਕਰੋ, ਇੱਥੇ ਗੁਣ ਦੇ ਨਾਣੇ ਨੂੰ ਔਂਕੜ ਹੈ, ਇੱਕ ਵਚਨ, ਇੱਕ ਗੁਣ ਹੈ, ਇੱਕ ਖੂਬੀ ਹੈ ਰੱਬ 'ਚ। ਅੱਛਾ ਹੋਰ ਖੂਬੀਆਂ ਨਹੀਂ, ਹੋਰ ਤਾਂ ਬੜੀਆਂ ਖੂਬੀਆਂ ਨੇ, ਪਰ ਇਹ ਖੂਬੀ ਉਹਦੀ ਵਿਸ਼ੇਸ਼ ਹੈ। ਕਿਹੜੀ? ਗੁਣ ਇਹੋ, ਇਹ ਉਹਦੀ ਕੁਆਲਿਟੀ ਹੈ, ਇਹ ਉਹਦੀ ਖੂਬੀ ਹੈ, ਇਹ ਉਹਦਾ ਵਿਸ਼ੇਸ਼ ਗੁਣ ਹੈ ਵੀ ਹੋਰ ਨਾ ਹੀ ਕੋਈ, ਵੀ ਰੱਬ ਵਰਗਾ ਹੋਰ ਕੋਈ ਰੱਬ ਹੈ ਹੀ ਨਹੀਂ। ਵੱਖਰੀ ਗੱਲ ਹੈ ਅਸੀਂ ਬੰਦੇ ਰੱਬ ਬਣਾ ਨਹੀਂ ਤਰੇ। ਜਿਹੜੇ ਬੰਦੇ ਮੁੱਠੀ 'ਚ ਮੰਨ ਕੇ ਬੈਠੇ ਵੀ ਅਸੀਂ ਜੋ ਚਾਹੀਏ ਦਿਨ ਚੜ੍ਹਾ ਸਕਦੇ, ਅਸੀਂ ਕਹੀਏ ਰਾਤ ਕਰ ਸਕਦੇ, ਅਸੀਂ ਕਹੀਏ ਇੱਦਾਂ ਕਰ ਸਕਦੇ ਹਾਂ, ਉਹ ਰੱਬ ਨਾਲੋਂ ਘੱਟ ਕਿਤੇ ਪੇਸ਼ ਕਰ ਰਿਹਾ। ਗੁਣ ਇਹੋ ਹੋਰ ਨਾ ਹੀ ਕੋਏ, ਇਹਦੇ ਨਾ ਕੋ ਆ, ਨਾ ਕੋਈ ਉਹਦੇ ਵਰਗਾ ਹੈਗਾ ਤੇ ਨਾ ਕੋਈ ਹੋਏ, ਨਾ ਕੋਈ ਹੋਏਗਾ, ਨਾ ਕੋਈ ਹੋਣ ਵਾ, ਨਾ ਕੋਈ ਪਹਿਲਾਂ ਸੀ, ਨਾ ਕੋਈ ਹੋਣ ਵਾ, ਤੇ ਨਾ ਕੋਈ ਆਉਣ ਵਾਲੇ ਸਮੇਂ 'ਚ ਹੀ ਹੋਏਗਾ, ਨਾ ਕੋਈ ਭੂਤਕਾਲ 'ਚ ਹੀ ਹੈ ਲੰਘ ਚੁੱਕਾ, ਨਾ ਕੋਈ ਵਰਤਮਾਨ 'ਚ ਤੇ ਨਾ ਕੋਈ ਭਵਿੱਖ 'ਚ ਹੀ ਹੋਏਗਾ, ਨਾ ਕੋ ਆ ਨਾ ਕੋ ਹੋਏ। ਫਿਰ ਕਹਿੰਦੇ ਇੱਥੇ ਬਸ ਨਹੀਂ, ਜੇ ਵੱਡੇ ਆਪ ਜਿੱਡਾ ਵੱਡਾ ਉਹ ਆਪ ਆ, ਤੇਵਡ ਤੇਰੀ ਦਾਤ। ਹੁਣ ਦਾਤ ਵੀ ਇੱਥੇ ਇੱਕ ਵਚਨ ਹੈ, ਦਾਤਾਂ ਤੇ ਬੜੀਆਂ ਨੇ ਉਹਦੀਆਂ, ਬੜੀਆਂ ਦਾਤਾਂ ਦਾ ਮਾਲਕ ਹੈ ਰੱਬ ਜੀ। ਕਹਿੰਦੇ ਜੇ ਵੱਡੇ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਆਪ ਹੈ ਓਡੀ ਵੱਡੀ ਉਹਦੀ ਦਾਤ ਹੈ। ਕਿਹੜੀ ਦਾਤ? ਸਿਫਤ ਸਲਾਹ ਦੀ, ਗੁਣਾਂ ਦੀ ਦਾਤ, ਇਹ ਉਹਦੀ ਦਾਤ ਹੈ, ਇਹ ਬੜੀ ਵੱਡੀ ਦਾਤ, ਸਿਫਤ ਸਲਾਹ ਦੀ ਬੜੀ ਵੱਡੀ ਦਾਤ ਹੈ। ਜੇ ਵੱਡੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਨ ਦਿਨ ਬਣਾਈ ਰਾਤ ਬਣਾਇਆ, ਰਾਤ ਬਣਾਈ ਦਿਨ ਬਣਾਇਆ, ਇਹਦੇ ਵਿੱਚ ਤੂੰ ਰਹਿ ਰਿਹਾ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ। ਜਿਵੇਂ ਆਪਾਂ ਪਿੱਛੇ ਪੜ੍ਹ ਆਏ ਹਾਂ ਵੀ ਦਿਵਸ ਰਾਤ ਦੋਏ ਦਾਈ ਦਾਇਆ, ਇਹਦੇ ਵਿੱਚ ਤੂੰ ਖੇਡ ਰਿਹਾ। ਕਿਹੜੀ ਖੇਡ ਖੇਡਣੀ ਹੈ ਮਰਜ਼ੀ ਤੇਰੀ, ਹੈ ਤਾਂ ਦਾਤ ਹੀ, ਰਾਤ ਦਿਨ ਦਾਤ ਹੀ ਹੈ ਨਾ। ਵੀ ਦਿਨੇ ਕੰਮ ਕਰ ਰਾਤ ਸੌਂ, ਰਾਤ ਕੰਮ ਕਰ ਦਿਨ ਆਰਾਮ ਕਰ, ਇੱਕ ਤੇਰੇ ਵਾਸਤੇ ਬੜੀ ਵੱਡੀ ਦਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਚੇਤਾ ਰੱਖੀ, ਖਸਮ ਵਿਸਾਰ ਹੈ, ਹੇ ਮੇਰੀ ਮਾਂ, ਐਸੇ ਖਸਮ ਨੂੰ
ਐਸੇ ਖਸਮ ਨੂੰ ਮੈਂ ਭੁੱਲ ਜਾਵਾਂ। ਖਸਮ ਵਿਸਾਰਨ ਤੇ ਕਮਜ਼ਾਤ। ਜਿਹੜੇ ਐਸੇ ਖਸਮ ਨੂੰ ਭੁੱਲ ਜਾਂਦੇ ਨੇ ਉਹ ਕਮਜ਼ਾਤ ਨੇ, ਨੀਵੇਂ ਅਸਲੇ ਦੇ ਨੇ। ਨਾਨਕ ਨਾਮੇ ਬਾਜ ਸਨਾਤ। ਇਹ ਨਾਨਕ ਸੱਚ ਤੋਂ ਬਿਨਾਂ ਉਹ ਨੀਵੇਂ ਅਸਲੇ ਦੇ ਅਖਵਾਉਂਦੇ ਨੇ, ਨੀਵੇਂ ਘਰ ਦੇ ਅਖਵਾਉਂਦੇ ਨੇ। ਵੈਸੇ ਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ। ਮਾਤਾ ਦੇ ਗਰਭ 'ਚੋਂ ਜਨਮ ਲੈਣ ਕਰਕੇ ਕੋਈ ਉੱਚੀ ਜਾਤ ਦਾ ਨਹੀਂ, ਕੋਈ ਨੀਵੀਂ ਜਾਤ ਦਾ ਨਹੀਂ ਨਾ। ਰੂਪ ਰੰਗ ਕਰਕੇ ਇਹ ਨਹੀਂ ਕਹਿ ਸਕਦੇ ਉਹ ਨੀਵੀਂ ਜਾਤ ਦਾ। ਸਾਰੇ ਅਸੀਂ ਉਸ ਮਾਲਕ ਦੀ ਪੈਦਾ ਕੀਤੀ ਹੋਈ ਅੰਸ਼ ਹਾਂ। ਉੱਚਾ ਨੀਵਾਂ ਕਿੱਦਾਂ ਹੋ ਗਿਆ? ਜੇ ਪਰਮੇਸ਼ਰ ਨੇ ਫਰਕ ਪਾਉਣਾ ਹੁੰਦਾ, ਇੱਕ ਦੂਜੇ ਦਾ ਖੂਨ ਹੀ ਨਾ ਦੂਜੇ ਦੇ ਨਾਲ ਮੈਚ ਕਰਦਾ ਕਦੀ। ਇਹ ਅਖੌਤੀ ਜਾਤ ਅਭਿਮਾਨੀਆਂ ਨੇ ਵਰਨ ਵੰਡ ਕੀਤੀ ਵੀ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਸ਼ੂਦਰ ਹੈ। ਤਾਂ ਹੀ ਤੇ ਭਗਤ ਕਬੀਰ ਜੀ ਨੇ ਵਿਪਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਖਿਆ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੂੰ ਆਣ ਬਾਟ ਕਾਹੇ ਨਹੀਂ ਆਇਆ। ਜੇ ਤੂੰ ਉੱਚਾ ਸੀ ਤਾਂ ਤੂੰ ਜਨਮ ਲੈਣ ਦਾ ਤੇਰਾ ਰਸਤਾ ਹੋਰ ਹੁੰਦਾ, ਮੇਰਾ ਰਸਤਾ ਹੋਰ ਹੁੰਦਾ। ਮੈਂ ਵੀ ਉਸੇ ਤਰ੍ਹਾਂ ਦੁਨੀਆ 'ਤੇ ਆਇਆ, ਤੂੰ ਵੀ ਉਸੇ ਤਰ੍ਹਾਂ ਆਇਆ। ਤੇਰੇ ਵਿੱਚ ਵੀ ਖੂਨ ਹੈ, ਮੇਰੇ ਵਿੱਚ ਵੀ ਖੂਨ ਹੈ। ਚਾਹੀਦਾ ਤੇ ਸੀ ਮੇਰੇ 'ਚ ਖੂਨ ਹੈ, ਤੇਰੇ 'ਚ ਦੁੱਧ ਹੁੰਦਾ। ਤੋ ਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ। ਹਾਂ, ਮੰਨਦੀ ਹੈ ਇਸ ਜਾਤ ਨੂੰ। ਕਿਹੜੀ? ਤੂੰ ਵੱਡੇ ਘਰਾਣੇ 'ਚ ਪੈਦਾ ਹੋਇਆ, ਬਹੁਤ ਉੱਚੇ ਘਰਾਣੇ 'ਚ ਪੈਦਾ ਹੋਇਆ। ਜਦੋਂ ਤੂੰ ਗਲਤ ਰੂਪ ਵੇਖਦਾ ਹੈ, ਪਰਾਇਆ ਰੂਪ ਤੱਕਦਾ ਹੈ, ਦੂਜੇ ਦੀ ਕਮਾਈ 'ਤੇ ਨਿਗਾਹ ਰੱਖਦਾ ਹੈ, ਠੱਗੀਆਂ ਮਾਰਦਾ ਹੈ, ਬੇਈਮਾਨੀਆਂ ਕਰਦਾ ਹੈ, ਉਦੋਂ ਤੂੰ ਜਿੰਨੀ ਮਰਜ਼ੀ ਉੱਚੇ ਘਰਾਣੇ 'ਚ ਪੈਦਾ ਹੋਇਆ ਹੋਵੇਂ, ਉਦੋਂ ਤੂੰ ਨੀਵੇਂ ਅਸਲੇ ਦਾ ਹੈ। ਨਾਨਕ ਖਸਮ ਵਿਸਾਰੇ ਤੇ ਕਮਜ਼ਾਤ। ਜਿਹੜੇ ਖਸਮ ਨੂੰ ਵਿਸਾਰ ਦਿੰਦੇ ਨੇ। ਖਸਮ ਕੀ ਹੈ? ਸੱਚ। ਸੱਚ ਸਭਨਾ ਕਾ ਖਸਮ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਸੋ ਕੋ ਵਿਸਰੇ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ। ਖਸਮ ਵਿਸਾਰੇ ਤੇ ਕਮਜ਼ਾਤ। ਉਹ ਕਮਜ਼ਾਤ ਨੇ। ਨਾਨਕ ਨਾਮੇ ਬਾਜ। ਹੇ ਨਾਨਕ, ਉਹ ਨੀਵੇਂ ਅਸਲੇ ਦੇ, ਨੀਵੇਂ ਘਰਾਣੇ ਦੇ ਬਣ ਜਾਂਦੇ ਆਪਣੇ ਆਪ ਹੀ, ਜਿਹੜੇ ਸੱਚ ਨੂੰ ਭੁਲਾ ਦਿੰਦੇ ਨੇ। ਪਰ ਕਰ ਜਿਉਂ ਹੀ ਸ੍ਰੀ ਰਾਗ 23 ਨੰਬਰ ਅੰਕ 'ਤੇ। ਪਰ ਕਰ ਜਿਉਂ ਹੀ, ਪਰਾਏ ਘਰ ਜੋਨ ਹੈ। ਨੀਚ ਸਨਾਤ। ਹੁਣ ਜੋਨ ਦਾ ਅਰਥ ਕੀ ਹੈ? ਵੱਡਾ ਬੈਠਾ ਤੂੰ ਉਸ ਅਹੁਦੇ 'ਤੇ ਹੈ ਜਿੱਥੇ 1.5 ਲੱਖ ਤੇਰੇ ਅਕਾਊਂਟ 'ਚ ਸਰਕਾਰ 5 ਤਰੀਕ ਤੋਂ ਪਹਿਲਾਂ ਪਾ ਦਿੰਦੀ ਹੈ, ਅਤੇ ਤੂੰ ਉਹਦੇ ਵੱਲ ਵੇਖ ਰਿਹਾ ਵੀ ਇਹ ਦੇਵੇ ਅਤੇ ਮੈਂ ਫੇਰ ਕੰਮ ਇਹਦਾ ਕਰਾਂ। ਤੂੰ ਨੀਵੇਂ ਜਾਤ ਦਾ ਹੋਇਆ ਕਿ ਨਾ ਹੋਇਆ, ਭਾਵੇਂ ਕੱਪੜੇ ਤੂੰ 20,000 ਦੇ ਤਨ 'ਤੇ ਕੋਈ ਨਾ ਸਿਰੇ ਪਾ ਕੇ ਆਇਆ ਹੋਇਆ ਨਾ ਨੀਵੇਂ ਅਸਲੇ ਦਾ। ਉਹਦੀ ਜੇਬ ਵੱਲ ਤੱਕ ਰਿਹਾ। ਖਸਮ ਵਿਸਾਰੇ ਤੇ ਕਮਜ਼ਾਤ। ਨਾਨਕ ਨਾਮ ਹੈ ਬਾਜ ਸੁਣਾ। ਉਹ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਨੇ। ਕਹਿਣ ਲੱਗੇ ਸੋ ਕਿਉਂ ਵਿਸਰੇ ਮੇਰੀ ਮਾਂ। ਹੇ ਮੇਰੀ ਮਾਂ, ਮੈਨੂੰ ਉਹ ਕਿਉਂ ਭੁੱਲੇ। ਸਾਚਾ ਸਾਹਿਬ ਸਾਚੇ ਨਾਏ। ਜਿਹੜਾ ਆਪ ਸਦਾ ਹੈ, ਜਿਹੜਾ ਮਨੁੱਖ ਦੇ ਮਨ 'ਚ ਵਸ ਜਾਏ, ਜਿਹਦਾ ਇਨਸਾਫ ਸੱਚਾ ਹੈ, ਸਦੀਵਕਾਰ ਰਹਿਣ ਵਾਲਾ ਹੈ। ਆਖਾਂ ਜੀਵਾਂ, ਜੇ ਮੈਂ ਉਹਨੂੰ ਆਖਦਾ ਹਾਂ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜਿਉਂਦਾ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਉਂ। ਪਤਾ ਹੋਣ ਦੇ ਬਾਵਜੂਦ ਵੀ ਕਿ ਮੈਂ ਸੱਚ ਨਾਲ ਜੁੜਾਂਗਾ ਅਤੇ ਜਿਉਂਦਾ ਰਹਾਂਗਾ, ਨਹੀਂ ਤਾਂ ਮਰ ਜਾਣਾ। ਫਿਰ ਵੀ ਆਖਣਾ ਔਖਾ ਲੱਗ ਰਿਹਾ। ਆਖਣੇ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲੱਗ ਭੂਖ। ਸੱਚੇ ਨਾਮ ਦੀ ਭੁੱਖ ਲੱਗ ਜਾਏ ਅਤੇ ਉਤ ਭੁੱਖੇ ਖਾਏ ਚੱਲੀਏ ਦੁੱਖ। ਆਓ ਸੱਚੇ ਨਾਮ ਦੀ ਭੁੱਖ ਆਪਣੇ ਅੰਦਰ ਪੈਦਾ ਕਰੀਏ ਅਤੇ ਇਸ ਭੁੱਖ ਦੀ ਬਦੌਲਤ ਆਪਣੀ ਜ਼ਿੰਦਗੀ 'ਚੋਂ ਦੁੱਖ ਖਤਮ ਕਰੀਏ। ਸੱਚ ਨਾਲ ਜੁੜ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਾਚੇ ਨਾਮ ਕੀ ਤਿਲ ਵਡਿਆਈ। ਸੱਚੇ ਨਾਮ ਦੀ ਤਿਲ ਜਿੰਨੀ ਵੀ ਵਡਿਆਈ, ਕਹਿੰਦੇ ਆਖ ਥਕੇ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ। ਇੱਥੇ ਰੋਕੇ। ਸੱਚੇ ਨਾਮ ਦੀ ਤਿਲ ਜਿੰਨੀ ਵੀ ਵਡਿਆਈ ਆਖ ਕੇ ਥੱਕ ਗਏ, ਪਰ ਕੀਮਤ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਹੇ। ਜੇ ਸਾਰੀ ਇਹ ਜਿਹੜੇ ਉੱਪਰ ਦੱਸੇ ਹੋਏ ਨੇ, ਇੱਦਾਂ ਦੇ ਹੋਰ ਵੀ ਗਿਆਨੀ ਧਿਆਨੀ ਗੁਰ ਹਾਈ, ਇੱਦਾਂ ਦੇ ਸਾਰੇ ਇਕੱਠੇ ਹੋ ਕੇ ਰਲ ਕੇ ਜੇ ਸਾ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੇ, ਘਾਟ ਨਾ ਜਾਏ। ਨਾ ਉਹਨੇ ਵੱਡੇ ਹੋਣਾ ਹੈ ਸਾਡੇ ਕਹਿਣ ਨਾਲ, ਅਤੇ ਨਾ ਅਸੀਂ ਕਹੀ ਵੀ ਹੁਣ ਨਹੀਂ ਅਸੀਂ ਤੇਰੀ ਵਡਿਆਈ ਕਰਨੀ, ਹੁਣ ਨਹੀਂ ਅਸੀਂ ਤੇਰੇ ਪਿੱਛੇ ਲੱਗਣਾ, ਹੁਣ ਨਹੀਂ ਤੇਰਾ ਅਸੀਂ ਅੰਤ ਪਾਉਣ ਤੁਰਨਾ। ਨਾ ਉਹਨੇ ਘਟਣਾ। ਉਹ ਆਪਣੇ ਆਪ 'ਚ ਹੀ ਵੱਡਾ ਹੈ। ਆਓ ਉਸ ਵੱਡੇ ਨਾਲ ਜੁੜ ਕੇ ਆਪਣੀ ਸੁਰਤ ਉੱਚੀ ਕਰੀਏ, ਆਪਣੀ ਜ਼ਿੰਦਗੀ 'ਚ ਕੁਆਲਿਟੀ ਗੁਣ ਪੈਦਾ ਕਰੀਏ, ਸੱਚ ਦੀ ਵਿਚਾਰ ਲੈ ਕੇ ਆਈਏ। ਜਿਹੜੇ ਗੁਣ ਰੱਬੀ ਸਾਡੇ ਅੰਦਰ ਪਏ ਹੋਏ ਨੇ ਉਹ ਅਸੀਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨੇ। ਇਹੋ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਸੋਦਰ ਦੀ ਬਾਣੀ ਦਾ ਤੀਜਾ ਸ਼ਬਦ ਅੱਜ ਆਪਾਂ ਵਿਚਾਰਿਆ ਹੈ। ਬੜੇ ਪਿਆਰ ਨਾਲ ਆਪਾਂ ਸਾਂਝ ਪਾਈਏ ਸਾਧ ਸੰਗਤ ਜੀ। ਆਓ ਰਲ ਮਿਲ ਕੇ ਆਪਾਂ ਇੱਦਾਂ ਹੀ ਬਾਣੀ ਦੀ ਵਿਚਾਰ ਕਰਦੇ ਜਾਈਏ, ਸਿੱਖਦੇ ਜਾਈਏ ਅਤੇ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।